ਪੜ੍ਹਤਾ ਜਾ ਰਿਹਾ ਸੀ 3-4 ਦਿਨ ਤੋਂ ਬਹਿਰੀਨ ਦੇ ਕੋਲ ਉਹ ਸਫਾ ਵੀ ਮੌਜੂਦ ਹੈ। ਵਾਲੇਕੁਮ ਸਲਾਮ ਰਹਿਮਤੁਲਾਹ। ਉਹ ਸਫਾ ਵੀ ਮੌਜੂਦ ਹੈ ਰੂਹਾਨੀ ਖਜ਼ਾਇਨ ਦੀ ਜਿਲਦ 21 ਦਾ ਤੇ ਉਹਦਾ ਸਫਾ 249 ਹੈ। ਉਹ ਲੈ ਕੇ ਤੇ ਬਹਿਰੀਨ ਵੀ ਸਵਾਲ ਪੁੱਛਦਾ ਪਿਆ ਕਿ ਬਈ ਇਹ ਗੱਲ ਕਿਹੜੀ ਤਫਸੀਰ 'ਚ ਲਿਖੀ। ਤੁਸੀਂ ਹਵਾਲਾ ਦੇਣਾ ਹੈ। ਹਵਾਲਾ ਦੇਣ ਦੀ ਬਜਾਏ ਉਹ ਆ ਕੇ ਸਵੇਰੇ ਨਾ ਉਹ ਸ਼ਾਤਮ ਰਸੂਲ ਉਹ ਯਬ ਕਰਨ ਲੱਗ ਪਿਆ, ਕੋਈ ਹੋਰ ਗੱਲਾਂ ਕਰਨ ਲੱਗ ਪਿਆ ਨਾ। ਅਸਲ ਚੀਜ਼ ਇਹ ਵੇ, ਇਹ ਚੀਜ਼ ਇਹ ਵੇ ਕਿ ਇਜਤਿਹਾਦੀ ਗਲਤੀ ਨਬੀ ਕੋ ਹੋ ਸਕਦੀ ਕਿ ਨਹੀਂ, ਇਹਨਾਂ ਨੇ ਮੌਲਵੀਆਂ ਨੇ ਲਿਖਿਆ ਹੋ ਸਕਦੀ ਹੈ ਫਲਾਣੇ ਮੌਲਵੀਆਂ। ਮੈਂ ਕਿਹਾ ਵੀ ਇਹ ਬਕਵਾਸ ਨਾ ਕਰ, ਜਿਹੜਾ ਮੌਜੂ ਹੈ ਨਾ ਉਹਦੇ ਤੋਂ ਸੱਜੇ ਖੱਬੇ ਨਹੀਂ ਜਾਣਾ। ਇਸ ਮੌਜੂ ਦੇ ਉੱਤੇ ਜਵਾਬ ਦਿਓ। ਤੇ ਜੇ मिर्जा कादियानी ने आख्या मोतबर तफसीरों में ये बात लिखी है, कट के बहा दो तो मेरा मुंह काला किया जाए, मेरे गले में रस्सा डाल के खींचा जाए, मुझे फांसी सूली दे दी जाए, तो जो मर्जी तुसी सजा दोगे लियाओ। नहीं तो आखो कि इस दजाल ने नबी अलैहिस्सलातु वस्सलाम दे उत्ते तोहमतां लाइयां ने सिर्फ अपने आप नूं कैमोफलाज करन, अपने प्रोटैक्शन वास्ते, अपनी जरूरत पूरी करने वास्ते, क्योंकि आप इहदे हालात ये सन तो नबी पाक दे उत्ते इहने झूठियां तोहमतां लाइयां ने। बस या ਇਹਦਾ ਜਵਾਬ ਦਿਓ ਜਾਂ ਇਹ ਮੰਨ ਲਓ। ਔਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਕੀ ਜ਼ਰੂਰਤ ਹੈ। ਉਹ ਸਵੇਰੇ ਗੱਲਾਂ ਕਰਨ ਲੱਗਾ, ਮੈਂ ਉਹਨੂੰ ਥੋੜਾ ਜਿਹਾ ਰੋਕਿਆ, ਉਹ ਨਾ ਰੁਕਿਆ, ਅੱਗੋਂ ਇੰਜੈਕਸ਼ਨ ਦਿੱਤਾ, ਦੌੜ ਗਿਆ। ਉਹ ਅਸਦ ਨੇ ਵੀ ਕਿਹਾ ਵੀ ਗੱਲ ਹੈ, ਜੇ ਤੈਨੂੰ ਜਿਹੜਾ ਸਵਾਲ ਕੀਤਾ ਜੇ ਤੂੰ ਉਹਦਾ ਜਵਾਬ ਦੇਂਗਾ ਤੇ ਤੈਨੂੰ ਕੋਈ ਬੰਦਾ ਤੇਰੇ ਨਾਲ ਜ਼ਿਆਦਤੀ ਨਹੀਂ ਕਰਨ ਲੱਗਾ। ਲੇਕਿਨ ਉਹਦਾ ਜਵਾਬ ਤੇ ਹੈ ਨਹੀਂ, ਮਰਜ਼ਾਈਆਂ ਕੋਲ ਉਹਦਾ ਜਵਾਬ ਤੇ ਹੁੰਦਾ ਨਹੀਂ। ਤੇ ਮਰਜ਼ਾਈ ਮਾਰਦੇ ਨੇ ਸੱਜੇ ਖੱਬੇ ਕਈ, ਤੇ ਉੱਥੋਂ ਲਾਸ਼ ਲੱਭਦੀ ਨਹੀਂ। ਤੇ ਫਿਰ ਮਿਰਜ਼ਾਈ ਚੀਕਾਂ ਮਾਰਦੇ ਨੇ, ਆਂਦੇ ਨੇ ਓਖੋ ਵੇਖੋ ਕਿੱਡੀ ਜ਼ਿਆਦਤੀ ਕੀਤੀ ਇਹਨੇ। ਇਹ ਜੇ ਸਵੇਰ ਦੀ ਸਟੋਰੀ। ਹਾਂ ਚੀਕਾਂ ਇਹਨਾਂ ਦੀਆਂ ਪੈਣ ਜੀ। अस्सलाम वालेकुम। वालेकुम अस्सलाम। जिंदे हो आमिर भाई, अस्सलाम वालेकुम। ज़िया भाई जिंदे हो? ਉਹ ਹਾਂਜੀ ਜਿਉਂਦਾ ਹੀ ਹੈ। ਕੀ ਹੋ ਗਿਆ? ਉਹ ਕਿੱਧਰ ਗਏ ਹੋ ਲਾਲੇ ਹੋ? ਮਰਜ਼ਈਆਂ ਨੂੰ ਚਾਹ ਚੜਿਆ ਹੋਇਆ ਵਾ, ਮਰਜ਼ਈ ਲੱਗੇ ਜ਼ਿਆਰ ਸੁਣ ਜੇਲ੍ਹ ਹੋ ਗਏ। ਉਹੀ ਤਾਂ ਮਰਜ਼ਈਆਂ ਨੂੰ ਯਕੀਨ ਕਰੋ, ਇਹਨਾਂ ਨੂੰ ਵੀ ਲੱਗਦਾ ਚਸਕਾ ਪੈ ਗਿਆ ਮਰਜ਼ਈਆਂ ਨੂੰ ਵੀ ਮਿਰਜ਼ੇ ਦੀ ਚਤਰੌਲ ਚੰਗੀ ਹੁੰਦੀ ਸੀ, ਇੱਕ ਬੰਦਾ ਘੱਟ ਕਿਉਂ ਗਿਆ। ਤੁਹਾਡੀ ਜ਼ਿਆ ਭਾਈ ਨਜ਼ੀਰ ਉਹ ਜਿਹੜੀ ਹੈ ਨਾ ਤੁਹਾਡੀ, ਵਾਲੇਕੁਮ अस्सलाम, ਤੁਹਾਡੀ ਮਿਰਜ਼ਾਈਆਂ ਨੂੰ ਹੀ ਕਮੀ ਮਹਿਸੂਸ ਹੁੰਦੀ ਹੈ। ਵਾਲੇਕੁਮ ਸਲਾਮ। ਹਾਂਜੀ ਹਾਂਜੀ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਵੀ ਉਹ ਇੱਕ ਬੰਦਾ ਘੱਟ ਗਿਆ ਮਿਰਜ਼ੇ ਦੀ ਚਤਰੌਲ ਕਰਨ ਨਾਲ। ਜ਼ਿਆ ਭਾਈ ਦੀ ਕਮੀ ਕੋਈ ਛੋਟੀ ਕਮੀ ਤੇ ਨਹੀਂ ਨਾ, ਬਹੁਤ ਵੱਡੀ ਕਮੀ ਹੈ ਉਹਨਾਂ ਨੂੰ। ਹਾਂ ਉਹ ਅਸੀਂ ਇਹ ਟਰੂ ਮੁਸਲਮ ਹੈ। 76 ਵਿੱਚ 5 ਨੰਬਰ ਆ ਨਾ ਰੱਖਿਓ ਇਹ ਵਸੀਮ ਜਿਹਦੇ ਤੇ ਲਿਖਿਆ ਹੁੰਦਾ ਹੈ। ਅੱਛਾ ਮੈਂ ਨਾ ਆਮਿਰ ਭਾਈ ਤੇ ਜਿਹੜਾ ਜ਼ਿਆ ਭਾਈ ਦਾ ਨਾਂ ਰੱਖਿਆ ਹੈ ਵਸੀਮ ਅਕਰਮ ਤੇ ਵਕਾਰ ਯੂਨਸ। ਭਾਈ ਆਮਿਰ ਭਾਈ ਸਵੇਰ 9 ਵਜੇ ਉੱਠਦੇ ਨੇ, ਰਾਤੀ 10 ਵਜੇ ਤੱਕ ਆਖਿਰਕਾਰ ਜਿਹੜਾ ਨੇ ਮਿਰਜ਼ੇ ਸਾਹਿਬ ਨੂੰ ਜਹੰਨਮ ਵਾਸਲ ਕਰਕੇ ਸੌਂਦੇ ਨੇ। ਫਿਰ ਸ਼ੁਰੂ ਹੋ ਜਾਂਦੇ ਹਨ ਜਿਹੜਾ ਹੈ ਨਾ ਜ਼ਿਆ ਭਾਈ ਸਵੇਰ ਤੱਕ ਇਹ ਜਿਹੜਾ ਨਾ ਫਿਰ ਸ਼ੁਰੂ ਹੁੰਦੇ ਨੇ। ਤੇ ਮਾਸ਼ਾਅੱਲਾ ਸਾਡੀ ਮੈਂ ਕਿਹਾ ਸਾਡਾ ਟਰੂ ਮੁਸਲਮ ਵੀ ਹੈ। ਟਰੂ ਮੁਸਲਮ ਸਾਹਿਬ ਇਹ ਸਕੈਨ ਹੁਣ ਫੜ ਲਿਆ ਜੇ ਲੱਭ ਗਿਆ ਜੇ ਰੂਹਾਨੀ ਖਜ਼ਾਨ ਜਿਲਦ 21 ਸਫਾ 249 ਦਾ। ਹਾਂਜੀ ਉਹ ਤੇ ਖੁੱਲਿਆ ਪਿਆ ਮੇਰੇ ਕੋਲ ਹਲੇ ਵੀ। ਤੇ ਇਹ ਪੁੱਛੋ ਕਿਸੇ ਨੂੰ ਬੁਲਾ ਕੇ, ਤੁਹਾਨੂੰ ਮੋਡਰੇਟਰ ਹੈ ਮੇਰੇ ਖਿਆਲ ਇਸ ਬਰਾੜ ਦੇ ਤੁਸੀਂ ਮੋਡਰੇਟਰ ਹੋ, ਬੁਲਾਓ ਉਹਨਾਂ ਨੂੰ ਤੇ ਉਹਨਾਂ ਨੂੰ ਪੁੱਛੋ ਬਈ ਇਹਦਾ ਜਵਾਬ ਦੇਣਾ ਹੈ। ਜੇ ਤੁਸੀਂ ਇੱਧਰ ਉੱਧਰ ਦੀਆਂ ਗੱਲਾਂ ਕਰੋਗੇ ਉਹ ਸਾਡਾ ਮੌਜੂ ਨਹੀਂ ਹੈ। ਨਹੀਂ ਲੇਕਿਨ ਇੱਥੇ ਪੋਸਟ ਤੁਸੀਂ ਉਹ ਡਿਫਰੈਂਟ ਲਾਈ ਹੋਈ ਹੈ ਜਵਾਨ ਔਰਤਾਂ ਦੇ ਬਾਰੇ 'ਚ। ਪੋਸਟ ਮੈਂ ਚੇਂਜ ਕਰ ਦੇਣਾ, ਮੈਨੂੰ 2 ਮਿੰਟ ਦਿਓ, ਮੈਂ ਆਉਂਦਾ। ਤੇ ਸੁਣਾਓ ਜ਼ਿਆ ਭਾਈ ਠੀਕ ਹੋ? ਮਾਸ਼ਾਅੱਲਾ। ਹਾਂਜੀ ਬਿਲਕੁਲ ਠੀਕ ਠਾਕ ਦੋਵਾਂ ਤੁਹਾਡੀ। ਆਏ ਕਰੋ ਅੱਲਾ ਕਦੀ ਨਾ ਕਦੀ ਤਾਂ ਕੋਈ ਆਪਣਾ ਜਿਹੜਾ ਹੈ ਚਿਹਰਾ, ਆਪਣੀ ਆਵਾਜ਼ ਤੋਂ ਸਾਨੂੰ ਰੋਸ਼ਨਾਸ ਜਿਹੜਾ ਹੈ ਨਾ ਕਰਾਇਆ ਕਰੋ। ਰੋਸ਼ਨਾਸ ਤੇ ਤੁਸੀਂ ਪਹਿਲਾਂ ਹੀ ਆ, ਵੈਸੇ ਉਹਦਾ ਸਾਦਤ ਹਾਸਲ ਕਰਾਇਆ ਕਰੋ। ਆਪਣੀ ਕੰਨਾਂ ਦਾ, ਸਾਡਿਆਂ ਕੰਨਾਂ ਨੂੰ ਬੜੀ ਬਿਲਕੁਲ ਚਾਹਤ ਹੁੰਦੀ, ਚਾਹਤ ਜ਼ਿਆ ਭਾਈ ਦੀ ਆਵਾਜ਼ ਦੀ ਚਾਹਤ, ਬਹੁਤ ਚਾਹਤ। ਇੱਕ ਭਾਈ ਨਜ਼ੀਰ ਨੇ ਤੇ ਇੱਕ ਨੇ ਦੋ, ਇੱਕ ਮਲਕ ਸਾਹਿਬ ਵਿੱਚ ਦੋ ਬੰਦੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਬਹੁਤ ਹੀ ਮੁਹੱਬਤ ਹੈ। ਉਹ ਆਮਿਰ ਭਾਈ ਜਿਹੜੀ ਗੱਲ ਕਰ ਰਹੇ ਨੇ ਇਹੀ ਗੱਲ ਹੈ ਜਿਹੜੀ ਮਿਰਜ਼ਾ ਗੁਲਾਮ ਕਾਦਰ ਨੇ ਲਿਖਿਆ ਕਿ ਮੁਖਤਲਿਫ ਤਫਸੀਰਾਂ ਦੇ ਵਿੱਚ ਇਹ ਗੱਲ ਆਈ ਆ ਕਿ ਜਦੋਂ ਆਇਤ ਨਾਜ਼ਲ ਹੋਈ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਤਾ ਨਹੀਂ ਲੱਗਿਆ ਕਿਹੜੀ। ਜੀ ਇਹੀ ਗੱਲ ਹੈ ਬਿਲਕੁਲ। ਅੱਛਾ
ज़िया भाई और सुनाओ, सब खैरियत है, सेहत से ठीक है? ਅਲਹਮਦੁਲਿਲਾ ਸਭ ਖੈਰ ਖਰੀਅਤ ਅੱਲਾ ਨਾਲ ਜਿਵੇਂ ਬੱਚੇ ਉਧਰ ਨਹੀਂ ਪਾਉਂਦੇ, ਪੰਜਾਬੀ ਨਹੀਂ ਕਹਿੰਦੇ ਕਿ ਮੈਂ ਤੇਰੇ ਵਾਸਤੇ ਉਧਰ ਪਿਆ। ਅਸਾਂ ਤਾਂ ਅੱਲਾ ਨਾਲ ਤੁਹਾਡੇ ਵਾਸਤੇ ਉਧਰ ਪਿਆ। जी इस तरह से उधर जाने बिल्कुल इंज ही गल, ਅਸੀਂ ਉਧਰ ਹੀ ਸਾਂ ਤੁਹਾਡੇ ਤੋਂ। ਯਕੀਨ ਮੰਨੋ ਕਈ ਵਾਰੀ ਮੇਰੇ ਦਿਲ ਕੀਤਾ ਹੋ ਰਹੇ ਨੇ, ਫੋਨ ਆਪਣਾ ਬਣ ਜਾਏਗਾ ਆਫਿਸ ਵੀ ਤੇ ਕਲਾਸਰੂਮ ਵੀ ਤਿਆਰ ਹੋ ਗਿਆ। ਤੁਸੀਂ ਕਿਹੜੀ ਆਪ ਅੱਲਾ ਲਈ ਮਜ਼ਦੂਰੀ ਕਰ ਰਹੇ ਹੋ? 24 ਘੰਟੇ ਉੱਥੇ ਰਵਾਂਗੇ। ਮੈਂ ਇੰਜ ਦੀ ਗੱਲ ਨਹੀਂ ਸਮਝ ਲਾ ਮਲਕ ਇਮਰਾਨ। ਆਏ ਕਰੋ ਨਾ, ਚਲੋ ਬੱਚਿਆਂ ਬੁੱਚਿਆਂ ਦਾ ਦਿਲ ਤਾਂ ਖੁਸ਼ ਕੀਤਾ ਕਰੋ। ਇਨਸ਼ਾਅੱਲਾ। ਯਾਨੀ ਕਿ ਅਸੀਂ ਬੱਚੇ ਹਾਂ ਤੇ ਸਾਡਾ ਦਿਲ ਖੁਸ਼ ਕਰੇ, ਹਾਂ ਇਹ ਪਿਆਂਦੇ ਹੋ। ਜ਼ਾਹਿਰ ਤਲੀਮੀ ਤੌਰ ਤੇ ਤਾਂ ਬੱਚੇ ਹੀ ਆ ਨਾ ਸਾਮਿਰ, ਜਿਹੜਾ ਨਾ ਜ਼ਿਆ ਭਾਈ ਦੇ ਅੱਗੇ। ਬਿਲਕੁਲ ਇਹ ਗੱਲ ਸਹੀ ਹੈ। ਜੇ ਇੰਜਾ ਗੱਲ ਹੈ ਤੇ ਵਾਕਈ ਸਹੀ ਗੱਲ ਹੈ। ਬਿਲਕੁਲ ਬੱਚੇ ਹਾਂ, ਪਤਾ ਨਹੀਂ ਸਾਨੂੰ। ਇਹ ਜਿਸ ਤਾਂ ਭਾਵੇਂ ਵੱਡੇ ਹੀ ਉਸਾਂ, ਲੇਕਿਨ ਇਲਮੀ ਤੌਰ ਤੇ ਤਾਂ ਬੱਚੇ ਹੀ ਆ। ਬਿਲਕੁਲ ਬੱਚੇ। ਮਲਕ ਸਾਹਿਬ ਮੈਂ ਕੱਲ ਵੀਲ ਪੰਤ ਆਇਆ ਸਾਂ ਤੁਹਾਡੇ, ਕੱਲ ਮੈਂ ਤੁਹਾਡੇ ਮੁਲਕ ਵਦਾ ਸਮਾਨ ਉੱਥੇ ਇਟਲੀ ਵਦਾ, ਮੈਂ ਤੁਹਾਡੇ ਮੁਲਕ ਵਦਾ। ਅੱਛਾ ਉੱਥੇ ਉਹ ਨਾ ਬੋਲੀ, ਹਾਂ ਸੱਚ ਮੁਬਾਰਕ, ਨਾਪੋਲੀ ਨਹੀਂ, ਪਾਸਪੋਰਟ ਲੱਭਾ ਤੇ ਤੁਸੀਂ ਅਸਕਲੇ ਵਦਾ ਸਮੁੰਦਰ ਤੇ ਪਿਆ ਰੈਜ਼ੀਡੈਂਸ ਮਿਲਣਾ ਹੈ ਜਿਹੜਾ ਨਾ ਮੰਗਲ ਨੂੰ, ਤੇ ਅੱਗੂ ਫਿਰ ਜੁਮੇਰਾਤ ਨੂੰ ਹੋਵੇ ਸੀ ਪਾਸਪੋਰਟ ਅਪਲਾਈ, ਤੇ ਫਿਰ ਜੁਮੇਰਾਤ ਦੀ ਸ਼ਾਮ ਹੀ ਵਾਪਸ ਇਨਸ਼ਾਅੱਲਾ। ਸੌ ਚੁਕਾ ਲਈ ਨੇ? ਹਾਂ ਸੌ ਚੁਕਾਈ ਨੇ ਤੁਹਾਨੂੰ? ਨਹੀਂ ਬਿਲਕੁਲ ਨਿਆ ਚੁਕਾਇਆ ਨੇ ਜੀ। ਤੁਹਾਡੇ ਅੱਗੇ ਲੱਗਦਾ ਉਹ ਕੁੜੀ ਜੀ ਖਲੋਤੀ ਸੀ ਜਿਹਦੇ ਨਾਲ ਤੁਸੀਂ ਫੋਟੋ ਲਾਈ ਹੈ, ਬੰਦੀਰਾ ਝੰਡਾ ਫੜ ਕੇ, ਹੈ ਨਾ, ਉੱਥੇ ਦਾ ਇਟਲੀ ਦਾ ਝੰਡਾ ਫੜ ਕੇ ਫੋਟੋ ਲਾਈ, ਬੰਦੇਰਾ ਲਈ ਤੁਹਾਡੇ ਤੋਂ? ਹਾਂ ਜੀ। ਤੇ ਉਹ ਹਾਂ ਜੀ ਬੰਦੀਰਾ, ਉਹ ਜਿਹੜਾ ਨਾ ਇੱਥੇ ਮੁੰਡੇ ਛੋਟੇ ਪੁੱਛਣ ਨਾ ਬਈ ਕਿਉਂ ਆਇਆ, ਮੈਂ ਆਦਾ ਬਈ ਨਿਆਂ ਦੇਣ ਆਇਆ। ਗੱਲ ਸੁਣੋ, ਕੁੜੀਆਂ ਸੌ ਚੁਕਵਾ ਲੈਂਦੀਆਂ ਨੇ? ਸਹੀ ਚੁਕਵਾ ਲੈਂਦੀਆਂ ਨੇ ਕੁੜੀਆਂ ਸੌ? ਉਸ ਪੜ ਕੇ ਸੁਣਾਇਆ ਕਿ ਇਟਲੀ ਤੇਰਾ ਮੁਲਕ ਹੈ ਹੁਣ, ਤੇ ਇਹ ਹੈ ਤੇ ਉਹ ਹੈ, ਤੇ ਜੀ ਜੀ ਉਹ 2 ਲਫ਼ਜ਼ giuro voi poi mi fidare, ਮੈਂ ਇਟਲੀ ਐਨੀ ਹੈ ਜਿਵੇਂ ਮੇਰਾ ਮੁਲਕ ਹੈ, ਔਰ ਇਟਲੀ ਦੇ ਨਾਲ ਮੈਂ ਟਰੂ ਮੁਸਲਿਮ ਸਾਹਿਬ ਲੱਗ ਗਿਆ ਸਾਹਮਣੇ ਪੋਸਟਰ, ਸਫਾ ਲੱਗ ਗਿਆ ਟਰੂ ਮੁਸਲਿਮ ਸਾਹਿਬ। ਅੱਛਾ ਜੀ, ਹੁਣ ਵੇਖ ਲਓ ਜੀ ਕਿਹਨੂੰ ਪੁੱਛਣਾ ਜੇ, ਇਹਦਾ ਹਵਾਲਾ ਚਾਹੀਦਾ ਭਾਈ ਕਿਸੇ ਵੀ ਇਹਦਾ ਕੀਮਤ ਤੇ, ਜੇ ਮਤਲਬ ਨਹੀਂ- ਇਸ ਪੋਸਟਰ ਦਾ मकसद ये है कि मिर्जा साहब ने लिखा है कि मोतबे तफसीरों में ये लिखा है हाँ कि जब ये आयत जब नाज़िल ये आयत हुई नाज़िल हुई युवल्लून देखिए नद्दुबर सयहज़मुल जमअ व युवल्लून अद्दुबर। नद्दुबर। तो हज़रत सल्लल्लाहु अलैहि वसल्लम ने फरमाया कि मुझको मालूम नहीं कि ये पेशगोई किस मौका के मुतल्लक है। अच्छा ਇਹਦੇ ਚੋਂ ਸਵਾਲ ਹੈ ਜਿਹੜਾ ਨੁਕਤਾ ਨਿਕਲਦਾ ਵੇ, ਇਤਰਾਜ਼ है वो ये कि मोतबे तफसीरों में लिखा है, तो ये किन मोतबे तफसीरों में लिखा है उनका हवाला दो, बस उनसे यही मुतालबा करना है ना हाँ जी हाँ जी। कि कोई एक ही तफसीर दसो। मिर्जा साहब ने तो जिस तरह इतने जमा दा सीगा लिखा है मोतबे तफसीरों, तफसीरों से मतलब 2 या 2 से ज़्यादा भी तफसीरां हो सकती हैं, बिल्कुल, लेकिन उन्होंने को मुतालबा करना कम अज़ कम एक तफसीर च किधरे दस दिओ। जी अगर वो दस दवन तो फिर तुसी उन्होंने की नाम दवोगे? मैं तो दसिया लिख के दिता सर, ऐलान पे करने बार बार मेरा मुंह काला किया जाए, मुझे सूली दी जाए, मेरे लिए रस्सा तैयार रखो, मेरे गले में रस्सा डालकर खींचा जावे, मुझे जलील और रुसवा किया जाए, हर बद से बदतर ठहरूंगा, जो भी मिर्जा साहब ने अब्दुल्ला आथम दे बारे आख्या। अच्छा, यानी कि कोई भी सजा तुहानू दे सकते ने इन्हां विचों? जी जी। कोई इनाम भी रख दिओ ना। नाम फिर वो 300 इन्हां कोल जितया वापस कर देंगे 300 यूरो। अच्छा, कितने बंदे? वैसे तो 37 बंदे सुन रहे हैं, तो इन्हां विच थल्ले लाजमी कुछ ना कुछ अहमदी हजरात भी होणगे, 1 2 3। जी, ਤੇ ਅਗਰ ਕੋਈ ਅਹਿਮਦੀ ਸੁਣ ਰਿਹਾ ਤੇ ਉਹਨਾਂ ਨੂੰ ਮੌਕਾ ਵੇ ਕਿ ਆ ਕੇ ਉੱਤੇ ਦੱਸ ਦੇਣ ਕਿ ਕਿਸ ਤਫਸੀਰ ਵਿੱਚ ਲਿਖੀ ਗਈ ਹੈ ਇਹ ਗੱਲ, ਅਗਰ ਉਹ ਸਾਬਤ ਕਰ ਦੇਣ ਫਿਰ ਤੇ ਮੈਂ ਵੀ ਮਜਬੂਰ ਹੋ ਜਾਵਾਂਗਾ ਵਾਕਈ ਭਾਈ ਮਿਰਜ਼ਾ ਸਾਹਿਬ ਨੇ ਦਰੁਸਤ ਫਰਮਾਇਆ, ਔਰ ਨਾਲ ਇਹ ਵੀ ਕਹਾਂਗਾ ਕਿ ਤੁਸੀਂ ਜਿਹੜਾ ਨਾ ਬਿਲਾ ਵਜ੍ਹਾ
मिर्ज़ा साहब ते इतराज़ मुखालफत बाय मुखालफत कर रहे हो। अगर वो तफसीर दस दें, साबित कर दें, हाँ कोई जी हवाला दे दें, कोई रेफरेंस, कुछ भी। थल्ले नज़र मारो, कोई नज़र आ रहा है अहमदी हजरत? बड़े ने ट्रुथ और ट्रू मुस्लिम और की ना ट्रुथ सीकर थल्ले वे अदनान मतलूब थल्ले वे और ट्रुथ सीकर है वही है। ਤੇ ਆਮਿਰ ਭਾਈ 100 ਤੇ ਪਿੱਛੇ ਛੱਤ ਤੇ ਹੀ ਬੈਠਾ ਹੈ ਤੇ ਜਿਹੜਾ ਨਾ ਕਿਕਰਾਂ ਤੇ ਚੜ ਕੇ ਬੈਠ ਕੇ ਵੇਖਦੇ ਆ ट्रुथ सीकर ने चलो फड़ा उत्ते बुला लेने। ट्रुथ सीकर उत्ते आ जा यार, तेरी मेहरबानी। अस्सलाम वालेकुम रहमतुल्लाहि व बरकातुहू। मुसलमान भाइयों को, जिया भाई क्या हाल चाल है आपके? जी अल्हम्दुलिल्लाह, आप सुनाएं, ठीक ठाक है? अल्हम्दुलिल्लाह। आमिर भाई ये किसी मरजई ने को नया दावा किया, वो क्या है? हाँ, मैं आपको यही बताने के लिए आया हूँ। जिया भाई देखें, आप गायब हुए ना तो यहाँ पे मरजई आते हैं और आमिर साहब को कहते हैं कि हमें हमारी वालदा ने बताया कि आप हमारे वालिद हैं। पता है आपको इस बात का? ओए, मैं 4 दिन क्या गया हूँ टिकटॉक से, आमन नजीर भाई साहब औलाद हो गए। ਉਹ ਆ ਕੇ ਕਹਿੰਦਾ ਹੈ ਮੈਂ ਆਖਿਆ ਆਮਿਰ ਨਜ਼ੀਰ ਭਾਈ ਇਹ ਗਲਤੀ ਬਿਲਕੁਲ ਨਹੀਂ ਕਰ ਸਕਦੇ ਤੇ ਤੁਹਾਡਾ ਕੀ ਆਪਣਾ ਖਿਆਲ ਹੈ ਜ਼ਿਆ ਪਰ ਭਾਈ ਭਾਈ ਮੁੰਡਿਆਂ ਦੀ ਖੁਸ਼ੀ 'ਚ ਕੋਈ ਮਠਾਈ ਹੋ ਜਾਏ, ਮੂੰਹ ਹੀ ਮਿੱਠਾ ਕਰਾ ਦਿਓ। ਉਹ ਵੀ ਜਿਹੜਾ ਉਹਨਾਂ ਨੇ ਅੱਗੋਂ ਕੀ ਕਿਹਾ? ਕੇ ਉਹਨਾਂ ਜਾਂਦੇ ਨੇ ਨੇ ਕਿਹਾ ਸਾਡੇ ਇਕੱਠੇ ਹੀ ਇੰਨੇ ਜੰਮ ਪਏ ਨੇ। ਉਹਨਾਂ ਅੱਗੋਂ ਕਿਹਾ ਫਿਰ ਤੇ ਤੂੰ ਹਰਾਮਦਾ ਹੀ ਹੈ, ਮੇਰੇ ਤੇ ਘਰ ਬੈਠੇ ਨੇ। ਹਾਏ ਜ਼ਿਆ ਤਾਂ ਭਾਈ ਜਿਹੜਾ ਨੇ ਮਿਰਜ਼ਾ ਨੇ ਦਿਮਾਗ 'ਚ ਖੜਕਦਾ यार ट्रुथ सीकर साहब तुसी कह रहे हो यार, ਸੀਕਰ ਮੈਂ ਤੈਨੂੰ ਕੀ ਕਹਿਤਾ ਹੀ, फिर आता ਤੂੰ ਗੱਲ ਕਰਨੀ ਤੂੰ ਕਿਆ ਕਰ ਲੈ, ਮੈਂ ਕਿਹੜਾ ਤੈਨੂੰ ਚਪੇੜਾ ਆ ਮਾਰ ਜਾਓ। ਟਰੁੱਥ ਸੀਕਰ ਸਾਹਿਬ, ਜ਼ਿਆ ਤੁਹਾਡੀ ਗੱਲ ਵਿੱਚ ਇੰਟਰਫੇਰੈਂਸ ਨਹੀਂ ਕਰੇਗਾ, ਇਹਦੀ ਗਾਰੰਟੀ ਮੈਂ ਤੁਹਾਨੂੰ ਦੇ ਦੇਣਾ। ਤੁਹਾਨੂੰ ਕੁਝ ਵੀ ਨਹੀਂ ਕਹੇਗਾ। ਤੁਸੀਂ ਉੱਤੇ ਆ ਕੇ ਸਿਰਫ ਇਹਦਾ ਜਵਾਬ ਦੇ ਦਿਓ, ਹਵਾਲਾ ਦੇ ਦਿਓ ਤੇ ਗੱਲ ਅੱਛਾ ਜੀ। ਹੋ ਜਾਏਗੀ। ਲਾ ਯਾਰ, ਟਰੂ ਮੁਸਲਮ ਸਾਹਿਬ ਨੇ ਕਹਿਤਾ, ਮੈਂ ਹੁਣ ਨਹੀਂ ਬੋਲਾਂਗਾ ਜੀ, ਉਹਨਾਂ ਦੀ ਗੱਲ ਦਾ ਪਾਸ ਰੱਖਾਂਗਾ। ਆ ਜਾਓ ਉੱਤੇ। ਅੱਛਾ ਜਾਓ ਜ਼ਿਆ ਸੀਕਰ ਸਾਹਿਬ, ਜ਼ਿਆ ਭਾਈ ਖੁਦ ਮਿਊਟ ਕਰ ਦਿਆਗਾ। ਮੇਰੇ ਕੋਲ ਮੈਂ ਮੋਡਰੇਟਰ ਹੈ ਨਾ, ਅਗਰ ਜੀ ਤੁਸੀਂ ਬੋਲ ਕੇ ਵੇਖ ਲੈਣਾ, ਮੋਡਰੇਟਰ ਹੈ, ਤੁਸੀਂ ਬੋਲ ਕੇ ਵੇਖ ਲਓ। ਅਗਰ ਇੱਕ ਗੱਲ ਵੀ ਤੁਹਾਡੇ ਖਿਲਾਫ ਹੁੰਦੀ ਨੇ ਤੇ ਮੈਂ ਜ਼ਿੰਮੇਦਾਰ। ਤੁਸੀਂ ਉੱਤੇ ਆ ਜਾਓ, ਤਸ਼ਰੀਫ ਲੈ ਆਓ ਉੱਤੇ। ਅੱਛਾ ਜ਼ਿਆ ਭਾਈ ਉਹ ਕਸਮ ਖਾਏ ਕਿ ਉਹ ਜਾਹਿਲ ਵਿੱਚ ਨਹੀਂ। ਉਹ ਕਸਮ ਖਾਣ ਦੀ ਕਿਹੜੀ ਗੱਲ ਹੈ ਜੀ? ਇਤਨਾ ਕਿਹੜਾ ਸੀਰੀਅਸ ਮਾਮਲਾ? ਕੋਈ ਹਾਈ ਕੋਰਟ ਵਿੱਚ ਸਾਡੀ ਕੋਈ ਪੇਸ਼ੀ ਹੋ ਰਹੀ ਹੈ, ਤੁਸੀਂ ਉੱਤੇ ਆ ਦਿਓ। ਜਦ ਮੈਂ ਕਹਿ ਦਿੱਤਾ ਕਿ ਨਹੀਂ ਬੋਲੇਗਾ, ਉਹ ਤੁਹਾਨੂੰ ਤੰਗ ਨਹੀਂ ਕਰੇਗਾ, ਤੁਹਾਨੂੰ ਇੱਕ ਕਾਮੈਂਟ ਤੱਕ ਨਹੀਂ ਕਰੇਗਾ। ਹਾਂ, ਜਿਸਲੇ ਕਹੋਗੇ ਕਿ ਤੁਹਾਡੀ ਗੱਲ ਖਤਮ ਹੋ ਗਈ ਹੈ, ਹੁਣ ਕੋਈ ਹੋਰ ਬੋਲੇ, ਫਿਰ ਤੇ ਉਹਦਾ ਹੱਕ ਹੋਏਗਾ ਬੋਲਣ ਦਾ। ਵੈਸੇ ਨਹੀਂ ਬੋਲੇਗਾ ਤੁਹਾਨੂੰ ਤੰਗ ਕਰਨ ਵਾਸਤੇ, ਤੁਹਾਨੂੰ ਜਿਹੜਾ ਨਾ ਤੁਹਾਡੀ ਗੱਲ ਵਿੱਚ ਇੱਕ ਰੁਕਾਵਟ ਨਹੀਂ ਬਣੇਗਾ। ਉਹ ਤੁਸੀਂ ਆ ਕੇ ਉੱਤੇ ਆਪਣਾ ਜਵਾਬ ਉਹ ਨਹੀਂ, ਤੁਹਾਨੂੰ ਟਾਈਮ ਦਿੱਤਾ ਜੀ ਜਾਏਗਾ। ਟਰੂ ਮੁਸਲਮ ਸਾਹਿਬ ਵੀ ਇਹ ਮਾਮੇ ਲੱਗਦੇ ਨੇ। ਕੀ ਮੇਰੇ ਲੱਗਦੇ ਨੇ? ਕਿ ਕਸਮ ਚੁੱਕ ਤੂੰ ਜੇ ਤੂੰ ਮਾਮਾ ਲੱਗਦਾ ਮੈਂ? ਨਹੀਂ ਤੈਨੂੰ ਸਫਾਈਆਂ ਦੇ ਮੈਂ ਆਇਆ ਕੌਣ ਤੂੰ? ਸਾਹਿਬ ਇਸ ਤਰ੍ਹਾਂ ਦੀਆਂ ਛੋਟੀਆਂ ਉਹ ਮਤਲਬ ਉਹਦੇ ਤੇ ਕਸਮ ਚੁੱਕ ਕੇ ਤੁਸੀਂ ਕਹੋਗੇ ਨਹੀਂ ਜੀ ਉਹਨੂੰ ਕੋਈ ਕਲਮਾ ਨਹੀਂ, ਪੜਾਓ। ਇੰਜ ਲੱਗਦੇ ਨੇ ਪਤਾ ਨਹੀਂ ਚੌਧਰੀ ਲੱਗੇ ਨੇ ਵੀ ਕਸਮ ਦੇ ਸਫਾਈ। ਤੂੰ ਹੈ ਕੌਣ ਵੀ ਤੈਨੂੰ ਸਫਾਈਆਂ ਦੇਈਏ? ਤੁਸੀਂ ਕਹੋਗੇ ਨਹੀਂ, ਉਹਨੂੰ ਕਹੋ ਕੈਮਰਾ ਆਨ ਕਰੇ ਤੇ ਕੁਰਾਨ ਤੇ ਹੱਥ ਰੱਖੇ। ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਜਦ ਉਹਨੇ ਕਹਿ ਦਿੱਤਾ ਬਸ ਉਹ ਵਾਦਾ ਅਗਰ ਦੀ ਖਿਲਾਫੀ ਕਰੇ ਤੇ ਤੁਸੀਂ ਕਹੋ। ਨਾਲੇ ਆਬਦ ਸਾਹਿਬ, ਇਹ ਟਰੂਥ ਸੀਕਰ ਕਿਹੜੀ ਸਾਡੀ ਸਾਲੀ ਹੈ ਜਾਂ ਸਾਡੀ ਮਸ਼ੂਕ ਹੈ? ਅਸੀਂ ਐਡੇ ਨਖਰੇ ਦੇ ਚੁੱਕੀ ਹੈ। ਆ ਕਿਸੇ ਦੀ ਗੱਲ ਕਰ। ਨਹੀਂ ਤੇ ਕਿਹੜਾ ਉਸ ਰਿਸ਼ਤਾ ਦੇਣਾ ਜ਼ਿਆ ਭਾਈ ਨੂੰ? ਭਾਈ ਇਹ ਸੌ ਚੁੱਕੇ ਤੇ ਤਾਂ ਹੀ ਮੈਂ ਦੇਣਾ ਤੇ ਗੱਲ ਕਰਨੀ ਸਾਥੀ ਅੱਛਾ, ਕੋਈ ਹੋਰ ਦੇਖ ਲਓ। ਸੀਕਰ ਸਾਹਿਬ ਵੈਸੇ ਜ਼ਿਆ ਜਿਹੜਾ ਹੈ ਵੀ ਹੈ, ਲੇਕਿਨ ਉਹ ਗੱਲ ਗਲੋਚ ਨਹੀਂ ਕਰਦਾ। ਤੁਹਾਨੂੰ ਕਾਹਦਾ ਡਰ ਹੈ ਉਹਦੇ ਕੋਲੋਂ? ਉਹ ਨਹੀਂ, ਮੈਂ ਨਹੀਂ ਬੋਲਦਾ, ਮੈਂ ਬੋਲਦਾ ਹੀ ਨਹੀਂ। ਉੱਤੇ ਆ ਗੱਲ ਦਾ ਜਵਾਬ ਦੇ, ਮੈਂ ਮਾਈਕ ਬੰਦ ਹੀ ਰੱਖਾਂਗਾ। ਆ ਜਾਏ, ਚਲੋ ਆ ਜਾ ਜੀ। ਟਰੁੱਥ ਸੀਕਰ ਸਾਹਿਬ ਬਹਾਦਰੀ ਦਿਖਾਓ। ਅੱਜ ਦੱਸੋ ਕਿ ਤੁਸੀਂ ਇੱਕ ਜਿਹੜਾ ਨਾ ਸਾਹਿਬ ਬਹਾਦਰ ਤੁਸੀਂ ਹੋ। ਜੇ ਹਵਾਲਾ ਮਿਲ ਕੇ ਲੈ ਆਓ, ਸਾਡੀ ਉਲਝਣ ਵੀ ਦੂਰ ਹੋ ਜਾਏ। ਤੁਹਾਡੇ ਕੋਲੋਂ ਤਾਂ ਉਹ ਇੰਨੇ ਸਫਾਈਆਂ ਮੰਗ ਰਿਹਾ ਹੈ ਜਿਵੇਂ ਤੂੰ ਕਿਦਾਂ ਰਿਸ਼ਤੇ ਵਾਲੀ ਜਿਹੜੀ ਮਾਸੀ ਹੈ ਤੇ ਰਿਸ਼ਤਾ ਕਰਾਉਣਾ। ਪਹਿਲੇ ਸਾਨੂੰ ਇਸ ਮੁੰਡੇ ਕੋਲ ਨਿਆਂ ਲੈ ਦੇ। ਅੱਛਾ ਟਰੁੱਥ ਸੀਕਰ ਸਾਹਿਬ ਤੁਸੀਂ ਆ ਜਾਓ ਉੱਤੇ। ਤੁਹਾਡੇ ਖਿਲਾਫ ਕੋਈ ਬੰਦਾ ਨਹੀਂ ਬੋਲੇਗਾ। ਸਿਰਫ ਇੱਕ ਸਵਾਲ ਤੁਹਾਡੇ ਕੋਲ ਜਿਹੜਾ ਪੁੱਛਿਆ ਉਹਦਾ ਆ ਕੇ ਜਵਾਬ ਦੇ ਜਾਓ ਤੁਸੀਂ। ਤੁਹਾਡੇ ਤੇ ਕੋਈ ਤਾਨਾ ਨਹੀਂ ਹੋਏਗਾ, ਤੁਹਾਨੂੰ ਕੋਈ ਇਨਡਾਇਰੈਕਟ ਵੀ ਕੋਈ ਗੱਲ ਨਹੀਂ ਕਹੇਗਾ। ਅਗਰ ਕਹੀ ਜੇ ਤੁਸੀਂ ਫਿਰ ਬੋਲ ਪੈਣਾ ਉੱਥੇ। ਦੇਖੋ ਜੀ ਮੈਨੂੰ ਇਹਨੇ ਇਹ ਕਿਹਾ ਹੋਵੇ।
ਅੱਛਾ ਮੇਰੀ ਕਾਲ ਆ ਗਈ ਸੀ ਉਧਰ ਤੇ ਮੈਂ ਪਿਆਨਾ ਮਰਜ਼ਈ ਜਿਹੜੇ ਨੇ ਉਹ ਆਲੇ ਦੁਆਲੇ ਉਹਨਾਂ ਨੂੰ ਮੌਤ ਪੈਂਦੀ ਪਈ ਉਹ ਆਂਦੇ ਨੇ ਬਈ ਸਾਨੂੰ ਸਾਡੀ ਮਰਜ਼ੀ ਦੀ ਗੱਲ ਕਰਨ ਦਿੱਤੀ ਜਾਏ ਬਈ ਇਹ ਸਵਾਲ ਦਾ ਤਾਂ ਜਵਾਬ ਹੈ ਨਹੀਂ ਤੇ ਸਾਨੂੰ ਇਜਾਜ਼ਤ ਦਿੱਤੀ ਜਾਏ ਅਸੀਂ ਨਬੀ ਪਾਕ ਦੇ ਉੱਤੇ ਵੈਸੇ ਵਾਓ 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 ਕਰੀਏ ਤੇ ਉਹਦਾ ਕੀ ਫਾਇਦਾ ਬਈ ਉਹ ਤੁਹਾਨੂੰ ਕੌਣ ਇਜਾਜ਼ਤ ਦੇਗਾ ਅਸਦ ਦੇਗਾ ਇਜਾਜ਼ਤ ਤੁਹਾਨੂੰ ਕੋਈ ਮੁਸਲਮਾਨ ਇਜਾਜ਼ਤ ਦੇਗਾ ਤੁਹਾਨੂੰ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦਿਓ ਉਹਦਾ ਜਵਾਬ ਹੈ ਨਹੀਂ ਤੇ ਨਬੀ ਪਾਕ ਦੇ ਉੱਤੇ ਅਸੀਂ ਜ਼ਿਆਦਾ ਬਕ ਕਰੀਏ ਉਹਨਾਂ ਦੀ ਜ਼ਾਤ ਦੇ ਉੱਤੇ ਇਹ ਹੋ ਚਾਹੁੰਦੇ ਹੁਣ ਫੜਕਣੀਆਂ ਲੱਗੀਆਂ ਨੇ ਆਲੇ ਦੁਆਲੇ ਬਾਬਰ ਭਾਈ ਸੁਣਾਓ ਕੋਈ ਅਪਡੇਟ ਲੇਟੈਸਟ ਟਰੂਥ ਸੀਕਰ ਨੇ ਮੁਤਾਲਬਾ ਕੀਤਾ ਕਿ ਕਹਿੰਦਾ ਜ਼ਿਆ ਨੂੰ ਥੱਲੇ ਸੁੱਟੋ ਤੇ ਹਿਰਾਂਗਾ ਮੈਂ ਉਹਨੂੰ ਕਿਹਾ ਕਿ ਆ ਜਾ ਉੱਤੇ ਕੁਝ ਨਹੀਂ ਕਹਿੰਦਾ ਫਿਰ ਕਹਿੰਦਾ ਉਹਨੂੰ ਕਹੋ ਕਸਮ ਖਾਏ ਕਿ ਕੁਝ ਨਹੀਂ ਬੋਲੇਗਾ ਜਦ ਮੈਂ ਆਵਾਂਗਾ ਉੱਤੇ ਜ਼ਿਆ ਨੂੰ मैं गारंटी देना ज़िया भाई नहीं बोलने लगा नहीं आमिर भाई उस क्या है कि ज़ियान को वो कसम खा के जेल च नहीं गया भाई वो इन सातों कसम चवा रहे हैं भाई जेल च नहीं गया वो चेक करना चाह रहे ने मुंडे दा करैक्टर ठीक आ ਇਹਦਾ ਪਾਸਟ ਠੀਕ ਆ ਕੋਈ ਕ੍ਰਿਮੀਨਲ ਬੰਦਾ ਤਾਂ ਨਹੀਂ ਹੈ ਚੈੱਕ ਕਰਨਾ ਚਾਹੀਦਾ ਵੇ ਰਿਸ਼ਤੇ ਦੇ ਤੇ ਨਹੀਂ ਆ ਫਿਰ ਖਾਈ ਅੱਛਾ ਉੱਤੇ ਆ ਟਰੂਥ ਸੀਕਰ ਜਾਣਦੇ ਜਾਂ ਨਾ ਜਾਣਦੇ ਨਾ ਤੇ ਕਸਮ ਖਾਣ ਨਾਲ ਤੁਹਾਨੂੰ ਕੀ ਫਾਇਦਾ ਹੋਏਗਾ ਟਰੂਥ ਸੀਕਰ ਸਾਹਿਬ ਹੈ ਭਾਈ ਅੱਛਾ ਮੈਂ ਸਮਝਿਆ ਉਹਨੂੰ ਕਹੋ ਕਸਮ ਖਾਏ ਉਹ ਗੱਲ ਤਾਂ ਹੋਰ ਹੈ ਕੋਈ ਨਹੀਂ ਕਰਨ ਵਾਲੀ ਐਵੇਂ ਵੀ ਮੈਂ ਜੇਲ੍ਹ ਗਿਆ ਵਾਂ ਨਾ ਗਿਆ ਵਾਂ ਭਾਵੇਂ ਮੈਨੂੰ ਸਜ਼ਾ ਮੌਤ ਹੋਈ ਹੋਵੇ ਤੁਹਾਡਾ ਕੀ ਲੈਣਾ ਦੇਣਾ ਇਹਦੇ ਵਿੱਚ ਤੁਹਾਨੂੰ ਕੀ ਲੱਭਣਾ ਮਿਰਜ਼ੇ ਦੀ ਚਤਰੌਲ ਜਿਹੜੀ ਉਹ ਬੰਦ ਨਹੀਂ ਹੋਣੀ ਜ਼ਿਆ ਰਸੂਲ ਨਾਮ ਹੀ ਰਿਹਾ ਤੇ ਇੱਥੇ ਕਈ ਹੋਰ ਜ਼ਿਆ ਰਸੂਲ ਆ ਜਾਣੇ ਨੇ ਇਹ ਭੁੱਲ ਜੋ ਕਿ ਪਈ ਇੱਕ ਪਤਾ ਨਹੀਂ ਅਮਨ ਨਜ਼ੀਰ ਹੈ ਜਾਂ ਜ਼ਿਆ ਰਸੂਲ ਹੈ ਜਾਂ ਇਹ ਚਾਰ ਬੰਦੇ ਨੇ ਇਹਨਾਂ ਤੋਂ ਜਾਨ ਛੁੱਟ ਜਾਏਗੀ ਤੇ ਪਤਾ ਨਹੀਂ ਮਿਰਜ਼ਾ ਸਾਹਿਬ ਸਾਡੇ ਬਰੀ ਹੋ ਜਾਣਗੇ ਇਹ ਮਿਰਜ਼ਾ ਸਾਹਿਬ ਨੂੰ ਉਮਰ ਕੈਦ ਹੋਈ ਇਹ ਨਹੀਂ ਬਰੀ ਹੁੰਦੇ ਦੁਨੀਆ ਤੇ ਇੱਕ ਵੀ ਮੁਸਲਮਾਨ ਮੌਜੂਦ ਹੋਏਗਾ ਮਿਰਜ਼ੇ ਦੀ ਮੰਜੀ ਠੋਕ ਕੇ ਰੱਖੇਗਾ ਇਹ ਜ਼ਿਹਨ 'ਚ ਰੱਖ ਲਓ ਤੇ ਇਹ ਖੁਸ਼ਫਹਿਮੀ ਆ ਨਾ ਪਾਲੋ ਪਤਾ ਨਹੀਂ ਬੰਦੇ ਘਟ ਜਾਣਗੇ ਤੇ ਮਿਰਜ਼ੇ ਦੀ ਬਰਾਤ ਹੋ ਜਾਣੀ ਉਹਦੀ ਨਹੀਂ ਹੁੰਦੀ ਬਸ ਆਂਦੇ ਨੇ ਇਨਸ਼ਾਅੱਲਾ ਕੂੜ ਹੀ ਹੋਵੇ ਆਂਦੇ ਨੇ ਨਾ ਕੋਈ ਸੁਨੇਹਾ ਲੈ ਕੇ ਆਇਆ ਵੀ ਤੁਹਾਡੇ ਮਰਗ ਹੋ ਗਈ ਉਧਰ ਫਲਾਣੇ ਪਿੰਡ ਤੇ ਉਹਨੇ ਆਖਿਆ ਇਨਸ਼ਾਅੱਲਾ ਕੂੜ ਹੀ ਹੋਵੇ ਉਹਨੇ ਜੇ ਮੈਂ ਫਿਰ ਉੱਥੋਂ ਕੀ ਲੈਣ ਆਇਆ ਜੇ ਕੂੜ ਤੇ ਅੱਛਾ ਆमिर भाई मैं गल करना अगर एक साल ਦਾ ਜਿਹੜਾ ਪੂਰਾ ਨਾ ਚੰਦਾ ਜਿਹੜੇ 56 ਦੇ 56 ਨਾ ਚੰਦੇ ਉਹ ਇੱਕ ਸਾਲ आमिर भाई ਨੂੰ ਦਿਓ ਤੇ आमिर भाई ਫਿਰ ਜਿਹੜਾ ਹੈ ਨਾ 2 ਸਾਲਾਂ ਵਾਸਤੇ ਚੁੱਪ ਕਰ ਜਾਏਗਾ पूरे चंदे जब मैं वैसे ज़िया भाई से एक अर्ज करने लगा था मैंने कहा देखिए ज़िया भाई अगर आपका भी कोई इस तरह का मामला है ना तो हमें पहले बता दें वरना वो ना हो जैसे अलामा साहब का अचानक से एक बेटा निकल आया तो ताकि हम मेंटली तौर पर तैयार है ना कि ज़िया भाई मर्जी में लगा फिरता था किसी टाइम ही आ सकता नहीं मेरे साथ मर्जियों की बनती नहीं है मियां अजीम भाई ये आमिर भाई के साथ बनती है मुझे तो वो जेल करवा रहे हैं अब गलती क्या है मेरी ये मर्जी खुद बताएंगे ना वो प्यो बना लिया मैनू कहते जेल काम तो दोवां ने इको जिहा ही पाया ना वो एक नूं प्यो बना लिया एक नूं कहते जेल करा नहीं मैं आपको बताता ना वो इसलिए जेल करवा रहे हो भाई ਤੁਸੀਂ ਕੋਈ ਮਠਾਈ ਸ਼ਠਾਈ ਨਹੀਂ ਖਲਾਈ ਅੱਲਾ ਦੇ ਬੰਦੇ ਹੋ ਲੋਕਾਂ ਦੇ ਇੱਕ ਇੱਕ ਕਰਕੇ ਹੁੰਦੇ ਨੇ ਤੁਹਾਨੂੰ ਇਕੱਠੇ ਹੀ ਇੰਨੇ ਪੁੱਤਰ ਹੋਏ ਨੇ ਤੇ ਕੋਈ ਮਠਾਈ ਸ਼ਠਾਈ ਕੋ ਮੂੰਹ ਮਿੱਠਾ ਕਰਾਓ ਮਾਲੋ ਅੱਛਾ ਰਾਮ ਦਾ ਬਾਲ ਹੋਵੇ ਕੌਣ ਮਠਿਆਈ ਖਵਾਏ ਮੈਂ ਕਿਹਾ ਜਿਹੜੇ ਮੇਰੇ ਰਾਮ ਦੇ ਉਹਦੇ ਘਰ ਨੇ ਤੂੰ ਮੈਂ ਕਿਹਾ ਰਾਮ ਦਾ ਕਿੱਥੇ ਜਾ ਵਿੱਚ ਰੋਲਾ ਤੁਸੀਂ ਲੂਣ ਵਾਲੀ ਸ਼ੈ ਖਵਾ ਦਿਓ ਫਿਰ ਕੋਈ ਇੱਥੇ ਲੂਣ ਦੀ ਬਜਾਏ ਸਮੋਸੇ ਬਣਦੇ ਨੇ ਇਹ ਸਮੋਸੇ ਨਹੀਂ ਮਿਠਾਈ ਤੇ ਉਹਦੇ ਕੋ ਖਾਓ ਨਾ ਜਿਹਨੂੰ ਪਿਓ ਲੱਭੇ ਕਿਸੇ ਮਿਲਦੀ ਹੈ ਤੇ ਵਿੱਚ ਨਾਮ ਲਿਖਿਆ ਗਿਆ ਉਹਨੂੰ ਚਾਹੀਦਾ ਮਿਠਾਈ ਖਵਾਵੇ ਹਾਂ ਵੈਸੇ ਬਣਦਾ ਹੀ ਕਿਉਂ ਹੋਣੀ ਗੱਲ ਕਰੀ ਆਮਿਰ ਭਾਈ ਉਹ ਤੁਹਾਡੇ ਕੋਲੋਂ ਨਾ ਵਿਰਾਸਤ ਲੈਣਾ ਚਾਹੁੰਦਾ ਕੋਈ ਪਹਿਲੀ ਬੰਨਾ ਉਹ ਕਹਿੰਦਾ ਕੋਈ 4 ਲੱਭ ਜਾਏਗਾ ਮੈਨੂੰ ਉਹ ਕਿਸੇ ਹੋਰ ਚੱਕਰਾਂ 'ਚ ਨਹੀਂ ਇੱਕ ਤਾਂ ਇੱਕ ਮਿਰਜ਼ਾ ਕਹਿੰਦਾ ਸੀ ਆਮੇ ਨਜ਼ੀਰ ਦੇ ਕੋਲ ਮੈਂ ਪੜਦਾ ਰਿਹਾ ਤੇ ਉਸ ਮੇਰੇ ਨਾਲ ਬੁਰਾ ਫੀਲ ਕੀਤਾ ਇੱਕ ਤਾਂ ਉਹਨੇ ਡਾਇਰੈਕਟ ਆ ਕੇ ਪਿੱਛੇ ਬਣ ਗਿਆ ਅੱਛਾ ਵੈਸੇ ਇਹ ਵੀ ਦੁਨੀਆ ਦਾ ਪਹਿਲਾ ਕੇਸ ਹੀ ਹੈ ਲੋਕਾਂ ਨੂੰ ਤੁਰੇ ਜਾਂਦਿਆਂ ਨੂੰ ਕਿਸੇ ਨੂੰ ਕੋਈ ਪੈਸੇ ਲੱਭ ਜਾਂਦੇ ਕੋਈ ਬਟੂਆ ਲੱਭ ਜਾਂਦਾ ਇਹਨਾਂ ਨੂੰ ਪਿਓ ਲੱਭ ਗਿਆ
ਮੁਸਤਫਾ ਵਾਰੀਅਰ ਮਿਨੀ ਦਜਾਲ ਹੁਣ ਕੋਈ ਆ ਰਿਹਾ ਉਹਦੇ ਸਵਾਲ ਦਾ ਜਵਾਬ ਦੇਣ ਵਾਸਤੇ, ਕੋਈ ਹੈਗਾ ਬੰਦਾ? ਟਰੂ ਮੁਸਲਿਮ ਦਾ ਕੰਮ ਹੈ ਨਾ, ਬੰਦਾ ਸੀ ਤੇ ਸੀਟ ਖਾਲੀ ਰੱਖੀ ਹੈ ਟਰੂ ਮੁਸਲਿਮ ਵਾਸਤੇ। ਟਰੂ ਮੁਸਲਿਮ ਨਹੀਂ, ਚੈੱਕ ਕਰਨਾ ਬੰਦੇ ਥੱਲੇ ਜਿਹੜੇ ਦੋ ਐਸ ਨੇ ਉਹ ਵੀ ਚਲੇ ਗਏ, ਟਰੂਥ ਸੀਕਰ ਥੱਲੇ। ਇੱਕ ਉਹ ਕਿਹੜਾ ਮਤਲੂਬ ਸੀ, ਪਤਾ ਨਹੀਂ ਕਿਹੜਾ ਮਤਲੂਬ ਨਾ ਉਹਦਾ, ਤੇ ਪਹਿਲਾਂ ਕੀ ਸੀ ਥੱਲੇ ਹੀ ਟਰੂਥ ਸੀਕਰ ਥੱਲੇ ਹੀ ਬੈਠੇ ਨਾ ਹੈ। ਮਤਲਬ ਉਹ ਸੀਕਰ ਉੱਤੇ ਆ ਦੀਵਾਰਾਂ ਦੇ ਵੈਸੇ ਵੀ ਬੰਦੇ ਸੁਣਦੇ ਪਏ ਹੁੰਦੇ ਨੇ ਆਬਾ ਸਾਹਿਬ, ਕੁਝ ਬੰਦੇ ਦੀਵਾਰਾਂ ਦੇ ਓਲੇ ਬਹਿ ਕੇ ਵੀ ਸੁਣ ਲੈਂਦੇ ਨੇ, ਉਹਨਾਂ ਨੂੰ ਆਵਾਜ਼ ਮਾਰ ਸਕਦੇ ਹੋ। ਅੱਛਾ ਚਲੋ, ਥੱਲੇ ਜਿਤਨੇ ਵੀ ਅਹਿਮਦੀ ਹਜ਼ਰਾਤ ਨੇ ਉਹਨਾਂ ਚੋਂ ਕੋਈ ਵੀ ਅਗਰ ਸੁਣ ਰਿਹਾ ਤਾਂ ਉੱਤੇ ਤਸ਼ਰੀਫ ਲੈ, ਉਹਦੇ ਕੋਲ ਸਵਾਲ ਇੱਕ ਪੁੱਛਣਾ ਹੈ, ਸਵਾਲ ਦਾ ਜਵਾਬ ਦੇ ਦੇ ਤੇ ਮੈਂ ਮੰਨ ਜਾਵਾਂਗਾ ਵਾਕਈ ਜੀ ਮਿਰਜ਼ਾ ਸਾਹਿਬ ਦੀ ਇਹ ਗੱਲ ਸੱਚੀ ਹੈ। ਤੇ ਆਮਰ ਨਜ਼ੀਰ ਸਾਹਿਬ ਨੇ ਵੈਸੇ ਹੀ ਉਹਨਾਂ ਤੇ ਇੱਕ ਨਾ ਮੁਖਾਲਫਤ ਵਾਸਤੇ ਇਲਜ਼ਾਮ ਬੰਦਿਆ ਸੀ, ਤੁਹਾਨੂੰ ਪਤਾ। ਮੈਂ ਅੱਛਾ ਜੀ, ਮੈਂ ਥੋੜੀ ਦੇਰ ਵਾਸਤੇ ਮੈਂ ਜਾ ਆਮਦੀ ਹਜ਼ਰਾਤ ਉੱਤੇ ਤਸ਼ਰੀਫ ਲਾਇਆ, ਉੱਤੇ ਚੜੋ। ਬਹੁਤ ਦੇਰ ਗਾਇਬ ਹੋਇਆ ਤੇ ਉਹਨਾਂ ਨੇ ਕਹਿਣਾ ਪਤਾ ਨਹੀਂ ਸਾਡਾ ਕੈਦੀ ਨੱਸ ਗਿਆ, ਤੇ ਫਿਰ ਆਉਣਾ ਦੁਬਾਰਾ। ਅੱਲਾ ਦੇ ਵੱਲੋਂ। ਅੱਛਾ, ਮਤਲਬ ਤੁਸੀਂ ਜੇਲ੍ਹ ਸੁਪਰਡੈਂਟ ਨੂੰ ਛੱਡਣ ਚੱਲੇ ਹੋ? ਉਹਨੂੰ ਕਹਾਂ ਹੁਣ ਤੋਂ ਨਿਕਲਾ ਬਾਹਰ, ਉਹਨੂੰ ਮੈਂ ਆ ਜਾਣਾ। और ट्रुथ सीकर उत्ते चढ़, हाँ थल्ले जे सुन रहे हैं मैं लुकी के लुक के उत्ते चढ़ के आके गल कर। ਕਿਉਂ ਨਹੀਂ ਉੱਤੇ ਆਂਦਾ ਪਿਆ? पहले कहता सी ज़िया नूं उतारो, वो भी चला गया, हुण ते उत्ते आ जा। ਉਹ ਤੇ ਬਹਾਨੇ ਕਰਦਾ ਨਾ। ਇਹਦਾ ਮਤਲਬ ਤੁਹਾਡੇ ਕੋਲ ਮਤਲਬ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਕਿਸੇ ਤਫਸੀਰ ਵਿੱਚ ਇਹ ਗੱਲ ਨਹੀਂ ਹੈ, ਤੇ ਮਿਰਜ਼ਾ ਸਾਹਿਬ ਨੇ ਵੈਸੇ ਆਪਣੇ ਕੋਲੋਂ ਇੱਕ ਗੱਪ ਛੱਡੀ ਹੈ। ਗੱਪ ਛੱਡੀ ਜਾ ਜੀ ਬੰਦਾ ਆ ਗਿਆ ਜੀ, ਆਬਦ ਸਾਹਿਬ ਵਾਟਰ ਜਵਾਬ ਦੇਗਾ ਤੁਹਾਨੂੰ। ਉਹ ਕਹਿੰਦਾ ਸੈਣੀ ਸਾਹਿਬ ਦੀ ਬਰਾੜ ਤੇ ਆਵੀਂ ਸਵਾਲ ਲੈ ਕੇ ਲਿਖਦੇ ਨੇ ਜ਼ਿਆਦਾ। ਵਾਟਰ ਸਾਹਿਬ ਮੈਂ ਨਹੀਂ ਸੀ ਪਤਾ ਤੁਸੀਂ ਗਾਲਾਂ ਲਿਖਦੇ। ਉਸ ਦਿਨ ਮੈਂ ਦੇਖਿਆ ਤੁਸੀਂ ਥੱਲੇ ਬੜੀਆਂ ਗਾਲਾਂ ਗਲੋਚ ਕਰ ਰਹੇ ਸੋ। ਉੱਤੇ ਆਓ। ਇਹ ਉਹ ਸਵਾਲ ਹੈ, ਇਹ ਉਹ ਸਵਾਲ ਹੈ ਜਿਹਦਾ ਜਵਾਬ ਉਹ ਕਹਿੰਦੇ ਨੇ ਸੈਣੀ ਸਾਹਿਬ ਦੀ ਬਰਾੜ ਤੇ ਸਿਰਫ ਦੇਾਂਗੇ। ਪਤਾ ਕਿਉਂ? ਇਹ ਕਿਉਂ? ਸੈਣੀ ਸਾਹਿਬ ਮਨਾ ਨਹੀਂ ਨਾ ਕਰਦੇ। ਸਵਾਲ ਦਾ ਜਵਾਬ ਦੇਣ ਦੀ ਬਜਾਏ ਪੂਰੇ ਪਿੰਡ ਦੇ ਦੁਆਲੇ ਗੇੜਾ ਮਾਰੀ ਜਾਣਗੇ, ਭੱਜੀ ਜਾਣਗੇ। ਜਿੱਥੇ ਲਾਸ਼ ਪਈ ਉਧਰ ਹੋਣੀ ਨਹੀਂ ਲੱਗੇ। ਬਸ ਇੰਨੀ ਗੱਲ। ਕਹਿੰਦੇ ਗੱਪਾਂ ਨਾ ਮਾਰੋ। ਵਾਟਰ ਨੇ ਉਹ 1122 ਦੀ ਬੜੀ ਕਲਾਸ ਲਈ, ਉਹ ਨਹੀਂ ਸੀ ਇਨਸਾਨ ਬਣਦਾ, ਇਹਨੇ ਚੰਗਾ ਉਹਨੂੰ ਜ਼ਰਾ ਖੜਕਾ ਕੇ ਸਮਝਾਇਆ ਕਿ ਵਾਟਰ ਸਾਹਿਬ ਉੱਤੇ ਆਓ, ਅੱਜ ਸਾਬਤ ਕਰ ਜਾ ਉੱਤੇ ਆ ਕੇ ਕਿ ਮਿਰਜ਼ਾ ਸਾਹਿਬ ਦੀ ਇਹ ਗੱਲ ਹਕੀਕਤ ਤੇ ਸੱਚੀ ਹੈ, ਉਹਨਾਂ ਨੇ ਗੱਪ ਨਹੀਂ ਮਾਰੀ, ਨਹੀਂ ਤੇ ਮਿਰਜ਼ਾ ਸਾਹਿਬ ਦੀ ਗੱਪ ਹੀ ਸ਼ੁਮਾਰ ਕੀਤੀ ਜਾਏਗੀ। ਕੀ ਕਰਨ, ਕਿੱਥੋਂ ਦੇਣ ਜਵਾਬ ਆ ਕੇ? है ही नहीं इस तरह। जिस तरह पहले मैं दसिया कि मिर्ज़ा साहब कहते हैं कहीं हदीसों में ये बात आई है कि आने वाले इमाम महदी की उस वक्त के उलमा मुखालफत करेंगे, उसको कत्ल करने की कोशिश करेंगे। एक केड़ी हदीसां च लिखा है वो कोई पता नहीं। ਵਾਟਰ ਪੇ ਕਹਿੰਦਾ ਤੂੰ ਮਿਰਜ਼ਾ ਸਾਹਿਬ ਨੂੰ ਨਾ ਮੰਨ, ਨਾ ਮੰਨ ਭਾਈ, ਅਸਾਂ ਇਹ ਝੂਠ ਹੀ ਲੈ ਕੇ ਜੀਣਾ ਹੀ, ਨਹੀਂ ਮੰਨਣਾ ਤੇ ਨਾ ਮੰਨ। ਹਾਂ, ਉਹਨੇ ਕਿਹਾ ਨਹੀਂ ਮੰਨਣਾ ਤੂੰ ਨਾ ਮੰਨ। ਤੇਰੇ ਅੱਗੇ ਜਿਨ੍ਹਾਂ ਨੇ ਮੰਨਿਆ ਉਹਨਾਂ ਨੇ ਕਿਹੜੇ ਕੋ ਭਾਰ ਢਾ ਲੈਣੇ ਜਿਹੜਾ ਤੁਸੀਂ ਮੰਨ ਕੇ ਢਾ ਲੈਣਾ। ਜਿੰਨਾ ਅੱਗੇ ਮੰਨਿਆ ਉਹਨਾਂ ਨੂੰ ਜਵਾਬ ਆਂਦਾ, ਤੁਸੀਂ ਮੰਨ ਕੇ ਕਿਹੜਾ ਜਵਾਬ ਦੇ ਦੇਣਾ। आमिर भाई, असल में आपको इस सवाल का जवाब पता है क्यों नहीं मिलेगा? क्योंकि जिस मुरब्बी ने इस सवाल का जवाब देना था ना, आपने जैसे ही पोस्ट लगाई तो उसकी माँ का हमल ही गिर गया। अब वो ना मुरब्बी पैदा होगा ना वो सवाल का जवाब आपको मिलना है। ये मसला हुआ बड़ा। वासा मिर्ज़ा साहब ਨੂੰ ਮੰਨਣ ਜਾਂ ਨਾ ਮੰਨਣ ਦੀ ਗੱਲ ਨਹੀਂ ਹੈ। ਤੁਸੀਂ ਹਵਾਲਾ ਦੇ ਦਿਓ ਆ ਕੇ ਕਿ ਮਿਰਜ਼ਾ ਸਾਹਿਬ ਨੇ ਇਸ ਮੁਤਬਰ ਤਫਸੀਰ ਵਿੱਚ ਜਿਹੜੀ ਨਾ ਗੱਲ ਆਈ ਹੈ, ਤੇ ਮਿਰਜ਼ਾ ਸਾਹਿਬ ਨੇ ਤਫਸੀਰਾਂ ਲਿਖੀ ਹੈ, ਕੋਈ ਇੱਕ ਤਫਸੀਰ ਹੀ ਦੱਸ ਦਿਓ। ਇਹ ਕੌਣ ਫੁੱਲ ਮਾਰ ਰਿਹਾ ਸਾਰਿਆਂ ਨੂੰ? ਜਿਹੜਾ ਵੀ ਮਾਰ ਰਿਹਾ ਖੁਸ਼ ਹੋ ਕੇ ਮਾਰਨ ਦਿਓ। ਨਹੀਂ ਨਾ ਮਾਰੋ ਜੀ, ਫੋਕਸ ਰੱਖੋ ਹਵਾਲੇ ਤੇ ਕਿ ਕਿੱਡਾ ਵੱਡਾ ਝੂਠ ਬੋਲਿਆ। ਤੋਬਾ ਯਾ ਅੱਲਾ ਤੋਬਾ। ਨਹੀਂ ਇਹਨੂੰ ਕਹਿੰਦੇ ਨੇ ਵਾਟਰ ਸਾਹਿਬ, ਅਗਰ ਤੁਸੀਂ ਨਹੀਂ ਉੱਤੇ ਆ ਕੇ ਦੱਸ ਸਕਦੇ, ਇਹਦਾ ਮਤਲਬ ਮਿਰਜ਼ਾ ਸਾਹਿਬ ਨੇ ਸਫੇਦ ਝੂਠ ਬੋਲਾ ਹੈ, ਚਿੱਟਾ ਝੂਠ। ਜੋ ਮੁਹਾਵਰਾ ਹੈ ਨਾ ਉਰਦੂ ਦਾ, ਸਫੇਦ ਝੂਠ ਬੋਲਣਾ।
ਉਹਦਾ ਇੱਕ ਚੀਜ਼ ਦਾ ਕੋਈ ਜ਼ਰਾ ਮਾਸਾ ਵੀ 1% ਵੀ ਕੋਈ ਹਵਾਲਾ ਨਹੀਂ ਹੁੰਦਾ। ਆਪਣੇ ਕੋਲੋਂ ਘੜ ਕੇ ਜਿਹੜੀ ਗੱਲ ਦੱਸੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਸਫੇਦ ਝੂਠ ਬੋਲਣਾ। ਉਹ ਕਹਿ ਰਹੇ ਨੇ ਤੁਸੀਂ ਆਪਣਾ ਅਕੀਦਾ ਦੱਸੋ, ਹਜ਼ਰਤ ਈਸਾ ਜ਼ਿੰਦਾ ਨੇ, ਇਹ ਐਮਰਜੈਂਸੀ ਬਟਨ ਇਹਨਾਂ ਦਾ। ਜਿਸ ਗੱਲ ਦਾ ਜਵਾਬ ਨਾ ਆਏਗਾ ਤੇ ਕਹਿਣਗੇ ਤੁਸੀਂ ਅਸਲ ਇਸ ਮੌਜੂ ਤੇ ਗੱਲ ਕਰੋ ਕਿ ਈਸਾ ਅਲੈਹਿਸ ਸਲਾਮ ਜ਼ਿੰਦਾ ਨੇ ਕਿ ਫੌਤ ਹੋ ਗਏ। ਤਾਹਿਰ ਅਲ ਕਾਦਰੀ ਕਹਿੰਦਾ ਬਈ ਇਹ ਦੱਸੋ ਕਿ ਹਜ਼ਰਤ ਈਸਾ ਅਲੈਹਿਸ ਸਲਾਮ ਜ਼ਿੰਦਾ ਨੇ ਜਾਂ ਫੌਤ ਹੋ ਗਏ ਨੇ। ਇਸ ਗੱਲ ਦਾ ਤਲਕ ਮਿਰਜ਼ਾ ਸਾਹਿਬ ਦੇ ਨਬੀ ਹੋਣ ਜਾਂ ਨਾ ਹੋਣ ਦਾ ਕੀ ਤਲਕ ਹੈ? ਮਿਰਜ਼ਾ ਸਾਹਿਬ ਦੇ ਦਾਅਵਿਆਂ ਦਾ ਇਸ ਚੀਜ਼ ਦਾ ਕੀ ਤਲਕ ਹੈ? ਕੱਖ ਵੀ ਨਹੀਂ। ਉਹ ਕਹਿੰਦਾ, ਉਹ ਤਾਹਿਰ ਅਲ ਕਾਦਰੀ ਨੇ ਕਿਹਾ ਕਿ ਇਹ ਗੈਰ ਅਮਲੀ ਨੂੰ ਫਸਾਉਂਦੇ ਨੇ, ਇਸ ਗੱਲ ਤੇ ਆ ਕੇ ਘੁਮਾ ਫਰਾ ਕੇ ਇਸ ਗੱਲ ਤੇ ਆਉਣਗੇ ਕਿ ਹਜ਼ਰਤ ਈਸਾ ਅਲੈਹਿਸ ਸਲਾਮ ਫੌਤ ਹੋ ਗਏ ਨੇ, ਉਹ ਤੇ ਜ਼ਿੰਦਾ ਹੀ ਨਹੀਂ। ਇਸ ਚੀਜ਼ ਦਾ ਕੀ ਤਲਕ ਹੈ ਮਿਰਜ਼ਾ ਸਾਹਿਬ ਦੇ ਦਾਅਵਿਆਂ ਨਾਲ? ਕੁਛ ਵੀ ਨਹੀਂ। ਵਾਟਰ ਸਾਹਿਬ ਜਿਹੜਾ ਹਜ਼ਰਤ ਈਸਾ ਅਲੈਹਿਸ ਸਲਾਮ ਦੇ ਬਾਰੇ ਪੁੱਛਦੇ ਉਹ ਜ਼ਿੰਦਾ ਨੇ, ਸਾਡੇ ਮੇਰੇ ਅਕੀਦੇ ਦੇ ਮੁਤਾਬਕ ਜ਼ਿੰਦਾ ਨੇ, ਆਸਮਾਨ ਤੇ ਨੇ, ਕੁਰਬ ਕਿਆਮਤ ਵਾਪਸ ਆਉਣਗੇ। ਉਹ ਤੁਸੀਂ ਕੋਲ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਦੇ ਜਾਓ ਉੱਤੇ ਆ ਕੇ, ਜਾਂ ਥੱਲੇ ਲਿਖ ਦਿਓ। मोतबर तफसीरों में लिखा है, किन तफसीरों में लिखा है, या किसी एक तफसीर का बता दो। ਤੁਹਾਡਾ इस्लाम गुप्पी इस्लाम है, गप्पी। लो जी, मैं ਤੁਹਾਡੀ तरफों दावा लिख के ला देता है, स्टिकर पढ़ दो पे। ये ट्रू झूठ है। मुस्लिम का, ये ट्रू मुस्लिम का दावा है। हाँ जी, जाहिर है, मतलब ना सानू मिल रहा ना थानू मिल रहा, ना ये दिखा रहे ने किधरे सबूत, तो ये झूठ ही है। झूठ ही मनना पैना ना। हाँ, अगर सच है तो आके साबित कर दो, तो मैं कहांगा जी मैं गलती परसा वाकई है तो सच गल निकली है। मतलब है कि इन्ने झूठ जिन्ना बंदियां दे सामने रखे जान, मैनू ये नहीं समझ आती कि वो किस बिना उत्ते उस बंदे नू फेर भी मनते ने जिन्हां दी अखां दे सामने इन्ने झूठ रखे जान। अस्सलाम वालेकुम। आमिर भाई, वो पहले वो कादियानी कह रहे थे कि जी मिर्ज़ा साहब के पास बड़ा उन्होंने तहकीकी पढ़ा है, बड़ी तफसीरें थी जो हमारे पास नहीं है। वो ले दे के उन्होंने पूरी ज़िंदगी में शायद 2 या 3 तफसीरों के नाम लिए हैं, एक इब्न कसीर, तो और बाद में कहते हैं मोतबर तफसीरों में, तो वो तो होंगी ज़्यादा से ज़्यादा 20 होंगी या 30 होंगी तफसीरें। हमें ही नाम बता दो उन 30 तफसीरों का, हम ही उनमें से जाके हवाला ढूंढ दे, इनसे अगर नहीं होता तो। इनसे नहीं भाई होता, कुछ नहीं इनसे हो सकता, बेचारों से ये कुछ नहीं कर सकते। ये सिर्फ मातम कर सकते हैं, अपने इन झूठों को देखकर सिर्फ रो कर दिखा सकते हैं। जो भी आएगा कोई कहेगा नहीं, असल बात ये नहीं है कि मिर्ज़ा साहब ने तफसीरों का कहा है तो किस तफसीर में लिखा हुआ है। असल बात यह है कि नबी से इज्तिहादी गलती हो सकती है कि नहीं हो सकती। इधर उधर की बातें करेंगे। वैसे वो कह तो ठीक नहीं है, मिर्ज़ा साहब खुद मानते हैं कि शैतान भी नबियों को वही कर देता है, उनकी वही में डाल देता है। तो हो सकता है ऐसे ही काम मिर्ज़ा साहब के साथ हुआ हो कि शैतान ने जो वही थी उसको ख़राब करके फेंक दिया। अब ट्रुथ सर्चर इस बात से भी मुतफिक नहीं है कि थोड़ी सी तफसीरें हैं मोतबर। वो कहता है बहुत सारी तफसीरें मोतबर। चले रुचिकर भाई, आप सारी जितनी मोतबर है उनके नाम बता दें, हम वहाँ से जाके ढूंढ देते हैं। आपको तो इतनी तौफीक अल्लाह ने नहीं दी, हम ढूंढ देते हैं। जिनको मिर्ज़ा साहब मोतबर मानते हैं ना तफसीरें, उनके नाम हमें बता दीजिए। ये काम इन्होंने कर लिया है, इनको वो तफसीर किसी का नाम नहीं आता,
तफसीरें इन्होंने सारी जाके फरोल ली हैं, किसी तफसीर में ये बात नहीं लिखी। अगर इनकी हाथ या रसाई में होता वो तो अभी तक ला के हमारा मुंह पे मारते हमारे मुंह। یہ بات تو مرزا صاحب کو بھی پتا تھی کہ کسی تفسیر میں یہ بات نہیں ہے، کیونکہ اگر مرزا صاحب کو اتنا کانفیڈنس ہوتا تو ضرور اس کا ریفرنس دیتے. ہاں نام لکھتے، ہاں نام اور مرزا صاحب نے جہاں جہاں جھوٹ بولا ہے اور دروغ گوئی سے کام لی ہے وہاں انہوں نے ایسی مبہم سی باتیں لکھی ہیں، اور جہاں ان کو تھوڑا سا کچھ لگا ہے تو وہاں بخاری شریف یا مسلم شریف کا نام خالی لکھ کر انہوں نے ریفرنس دیا ہے کہ یہ بخاری شریف میں ہے یا مسلم شریف میں یہ بات موجود ہے. لوگوں کے وہ جس طرح کا متن وہ بیان کرتے ہیں اس طرح کا متن وہاں پہ نہیں ہوتا، لیکن کچھ نہ کچھ چلو ملتی جلتی کوئی بات مل جاتی ہے. باقی یہ جتنی بھی باتیں انہوں نے ایسے مرزا صاحب نے اپنی مفتری تھے نا بہت بڑے، اس لیے اس طرح کی باتیں کرتے رہے. کہیں قرآن پہ بہتان لگا دیا، کہیں حدیث مبارکہ پر، کہیں مفسر کے اوپر الزام لگا دیا. یہ ساری باتیں مرزا صاحب اپنے ذاتی خیال سے کرتے رہے. اچھا یوسفی صاحب، آپ نا میرے صاحب کو انڈر ایسٹیمیٹ کر رہے ہیں، وہ تفسیروں کے نام لے کر بھی جھوٹ بول دیتے ہیں. تو یہ نہیں کہ اگر ایسا کچھ ہوتا وہ انہوں نے بول بھی دینا تھا تو پھر قادیانیوں کے گلے میں وہ پھندا پڑ جانا تھا، جیسے وہ تفسیر ابن کثیر کا نہیں پڑا ہوا تو یہ بھی پڑ جانا تھا. تو قادیانیوں کو شکر ادا کرنا چاہیے مرزا صاحب کا کہ انہوں نے کوئی نام نہیں دیا. واٹر صاحب آپ کو بڑا پسند ہے، مرزا صاحب کو بھی بڑا پسند تھا یہ گوشت. اگر آپ نے کھانا ہے تو آپ آ جائیں. جو سوال کیا جا رہا ہے اس کا جواب دیں آ کے. آپ اپنے لنچ کے چکر میں لگے ہوئے ہیں. آج آپ لوگوں کے پاس بڑا سنہری موقع ہے. بہت بڑا دعویٰ جو ہے وہ امین عزیز صاحب نے اور آپ کو بہت کھلا میدان دے دیا ہے. آپ کو چاہیے کہیں سے ڈھونڈ ڈھانڈ کے لے آئیں، کوئی ایسی کوئی تفسیر ملتی ہے تو لے کے آئیں. آج آپ کے پاس بڑا سنہری موقع ہے رسی اکٹھی کرنے کا. ترینہ خواہش آپ لوگوں کی پوری ہو جائے گی اگر آپ لوگ یہ کوئی کام کر لیتے ہیں اس طرح کا. ورنہ یاد رکھنا یہ جو رسی کہی گئی ہے نا، یہ رسی مرزا صاحب کی گردن میں ڈال کر لٹکایا جا چکا ہے مرزا صاحب کو. اس کا جواب ملے گا تو وہ رسی نکلے گی مرزا صاحب کے گلے سے. یہ روح سیاہ کیا جاوے، یہ روح سیاہ جو سیاہی ہے نا یہ مرزا صاحب کے اوپر پڑی ہوئی ہے. اس سیاہی کو دھونے کا ایک ہی طریقہ کار ہے، اس کو اتار کر آپ کسی اور کے چہرے پر مل دیں اگر آپ میں ہمت ہے تو. سنہری موقع آپ کے پاس، ورنہ یہ جو سیاہی ہے نا یہ مرزا صاحب کے منہ پر ہے، رسی مرزا صاحب کی گردن میں ہے. اور چوک چراؤ کے اندر اڑنے والا جو خاک ہے نا وہ سمجھو مرزا صاحب کی لاش کو گھسیٹا جا رہا ہے. ان سب باتوں سے مرزا صاحب کو بچانے کا ایک ہی طریقہ ہے، یہ ساری چیزیں الٹا دی جائیں جس نے دعویٰ کیا ہے. اے کوئی آیا جے گا، او آیا جے عامر بھائی کون؟ ਤੁਹਾਡਾ ਸ਼ਾਗਿਰਦ ਆਇਆ ਜੇ, ਤੁਹਾਡਾ ਸਟੂਡੈਂਟ ਜਿਹੜਾ ਤੁਹਾਡੇ ਕੋਲ 8ਵੀਂ ਜਮਾਤ 'ਚ ਪੜ੍ਹਦਾ ਰਿਹਾ. ਜਿਹਦੀ ਪਤੀਸਿਆਂ ਦੀ ਦੁਕਾਨ ਹੈ, ਚੂਚਿਆਂ ਦੀ. ਅੱਛਾ ਕੋਈ ਆ ਜਾਓ ਤੇ ਆ ਕੇ ਇਹਦੇ ਹਵਾਲਾ ਦਿਓ. ਉਹ ਵੇਖੋ ਤੁਹਾਡੇ ਸਾਹਮਣੇ ਕਿੱਡਾ ਵੱਡਾ ਚੈਲੰਜ ਲੱਗਿਆ ਹੈ ਕਿ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ. ਟਰੂ ਮੁਸਲਿਮ ਦਾ ਦਾਅਵਾ ਹੈ, ਆ ਕੇ ਅੱਜ ਟਰੂ ਮੁਸਲਿਮ ਨੂੰ ਪੁੱਠਾ ਟੰਗ ਦਿਓ ਤੇ ਆਖੋ ਵੇਖ ਮਿਰਜ਼ਾ ਸਾਹਿਬ ਨੇ ਝੂਠ ਨਹੀਂ ਬੋਲਿਆ ਤੂੰ ਸਾਡੇ ਮਿਰਜ਼ਾ ਸਾਹਿਬ ਦੇ ਬਾਰੇ ਕਿਉਂ ਇਹ ਗੱਲ ਆਖੀ. ਫੜ ਲਓ ਆ ਕੇ ਟਰੂ ਮੁਸਲਿਮ ਨੂੰ. क्यों जी ट्रू मुस्लिम साहब, आपको उल्टा लटकाया जावे, आपका मुंह काला किया जावे, आपके गले में रस्सा डालकर खींचा जावे, हर किस्म की सजा उठाने के लिए आप तैयार. ऐसे ही है ना?
ਢੀਠ ਹੋ ਗਏ ਨੇ ਮੈਂ ਤੁਹਾਨੂੰ ਦੱਸਿਆ ਮਾਰ ਖਾ ਕੇ ਨਾ ਕਈ ਬੱਚੇ ਢੀਠ ਹੋ ਜਾਂਦੇ ਨੇ ਪਾਕਿਸਤਾਨ ਮੇਰਾ 16 ਸਾਲ ਦਾ ਤਜਰਬਾ ਹੈ ਟੀਚਿੰਗ ਦਾ ਜਿਹੜੇ ਬੱਚੇ ਨੂੰ ਇੱਕ ਹਫਤਾ ਮਾਰ ਪੈ ਜਾਏ ਨਾ ਯਾਨੀ ਵਕਫੇ ਨਾਲ 2-3 ਵਾਰੀ ਵੱਲਾ ਉਹ ਬੱਚਾ ਢੀਠ ਹੋ ਜਾਂਦਾ ਫਿਰ ਉਹ ਸਬਕ ਯਾਦ ਕਰਦਾ ਹੀ ਨਹੀਂ ਹੁੰਦਾ ਇਹ ਹੀ ਪੈਣੀਆਂ ਨੇ ਨਾ ਜਿਹੜੀਆਂ ਕੱਲ ਵੀ ਮੰਗਲ ਨੂੰ ਵੀ ਪਈਆਂ ਨੇ ਤੇ ਪਰਸੋਂ ਵੀ ਪਈਆਂ ਚਲੋ ਛੱਡੋ ਰਹਿਣ ਦੋ ਹੀ 4 ਖਾ ਕੇ ਬਹਿ ਜਾਂਗੇ ਦਫਾ ਕਰੋ ਆਹੋ ਆਦੀ ਹੋ ਜਾਂਦਾ ਨਾ ਮਰਜ਼ਈ ਆਦੀ ਹੋ ਗਏ ਨੇ ਇਸ ਬੇਇੱਜ਼ਤੀ ਦੇ ਰੋਜ਼ ਇੱਥੇ ਝੂਠ ਟੰਗਿਆ ਹੁੰਦਾ ਮਿਰਜ਼ਾ ਸਾਹਿਬ ਦਾ ਆਮਦੇ ਨੇ ਥੱਲਿਓਂ ਵੇਖ ਕੇ ਲੰਘ ਜਾਂਦੇ ਨੇ ਯਾਰ ਗਧੇ ਤੇ ਬੈਠ ਕਰ ਗਦੀ ਤੇ ਬੈਠ ਕਰ ਜਿੱਦੇ ਤੇ ਆਖਾਂ ਦਾ ਬਹਿ ਜਾਂਦਾ ਘੋੜੀ ਤੇ ਬਹਿ ਜਾਏਗਾ ਤੂੰ ਲਿਆ ਹਵਾਲਾ ਲਿਆ ਤੂੰ ਜੋ ਵੀ ਲਈ ਤੁਸੀਂ ਘਰੋਂ ਹੀ ਲਿਆਣੀ ਹੈ ਭਰਾਓ ਲੈ ਆਓ ਜਿਹੜੀ ਵੀ ਸ਼ਾਇਦ ਲਿਆਣੀ ਹੈ ਲਿਆ ਕੇ ਗਾਂ ਪਾਓ ਸੈਰ ਕਰਾਓ अस्सलाम वालेकुम अमर भाई का वालेकुम अस्सलाम वालेकुम अस्सलाम जी अमर भाई 1-2 मिनट से चाहिए ने संतुसाने कीमती टाइम चो जी भाई बात यह है कि मैं ਜਦੋਂ ਤੁਹਾਡੇ ਕੋਈ ਬਿਆਨ ਕਰਦਾ ਨਾ ਕੋਈ ਫੈਕਟਸ ਬਿਆਨ ਕਰਦਾ ਨਾ ਤੇ ਲੋਕਾਂ ਨੂੰ ਤੇ ਤੁਹਾਨੂੰ ਸ਼ਾਇਦ ਲੱਗਦਾ ਹੋਵੇਗਾ ਕਿ ਮੈਂ ਕੋਈ ਸ਼ਾਇਦ ਮੈਂ ਸੋਚਦਾ ਕਿ ਤੁਸੀਂ ਨਿਆਣੇ ਨਹੀਂ ਹੋ ਕੱਲ ਦੇ ਕਿ ਜਿਸ ਨੂੰ ਬੰਦਾ ਝੂਠੀ ਤਾਰੀਫ ਕਰੇਗਾ ਜਾਂ ਕੋਈ ਗਲਤ ਗੱਲ ਕਰੇਗਾ ਤੇ ਉਹ ਬੰਦਾ ਪਾਗਲ ਹੋ ਜਾਏਗਾ ਉਸ ਦਾ ਦਿਮਾਗ ਫਿਰ ਜਾਏਗਾ ਬੜ ਕੈਫ ਮੈਨੂੰ ਪਤਾ ਕਿ ਤੁਸੀਂ ਮਾਸ਼ਾਅੱਲਾ ਬੜੇ ਮੈਚੁਰ ਹੋ ਲੇਕਿਨ ਅੱਜ ਮੈਂ ਤੁਹਾਨੂੰ ਕੁਝ ਐਸੀ ਚੀਜ਼ ਸੁਣਾਉਣਾ ਚਾਹੁੰਦਾ ਜਿਹੜੀ ਖੁਦ ਮਰਜ਼ਾਈ ਤੁਹਾਡੇ ਮੁਤਲਕ ਕਹਾਂਗੇ ਕਿਉਂਕਿ ਇਹ ਸੱਚਾਈ ਹੈ ਔਰ ਸੱਚਾਈ ਜਿਹੜੀ ਹੈ ਇਹ ਬਾਰਖਾ ਹਰ ਮੁਖਾਲਫ ਨੂੰ ਪਤਾ ਹੋਣੀ ਚਾਹੀਦੀ ਹੈ ਔਰ ਹਰ ਬੰਦੇ ਨੂੰ ਪਤਾ ਹੋਣੀ ਚਾਹੀਦੀ ਹੈ ਜ਼ਰਾ ਇੱਕ ਰਿਕਾਰਡਿੰਗ ਤੁਹਾਡੇ ਵਾਸਤੇ ਮੈਂ ਕੀਤੀ ਸੀ 2 ਦਿਨ ਤੋਂ ਮੈਨੂੰ ਮੌਕਾ ਨਹੀਂ ਮਿਲ ਰਿਹਾ ਤੁਸੀਂ ਬਿਜ਼ੀ ਹੁੰਦੇ ਹੋ ਮੌਜੂ ਕੁਝ ਹੋਰ ਹੁੰਦਾ ਮੈਂ ਫਿਰ ਨੀਚੇ ਬਹਿ ਕੇ ਚਲਾ ਜਾਂਦਾ ਜ਼ਰਾ ਸੁਣਨਾ ਕਿਹੜਾ ਬੰਦਾ ਜਿਹਨੇ ਆ ਕੇ ਅਨਵਾਰੇ ਖਿਲਾਫ ਹਕੀਕਤ ਲਵੇ ਆਇਨਾ ਕਮਾਲਾਤ ਇਸਲਾਮ ਸੁਰਮਾ ਚਸ਼ਮਾ ਸਿਵਾਏ 2 ਲਾਣਾ ਦੀ ਪਰਚੀ ਤੋਂ ਕਿਹੜਾ ਬੰਦਾ ਆਇਆ ਜਿਹਨੇ ਤੁਹਾਡਾ 2 ਮਿੰਟ ਤੋਂ ਜ਼ਿਆਦਾ ਗੱਲ ਕੀਤੀ ਉਹਨੇ ਸਾਡੀਆਂ ਕਿਤਾਬਾਂ ਪੜ੍ਹੀਆਂ ਨੇ ਉਹਨੂੰ ਉਹ ਜੋ ਇੰਟਰਪ੍ਰੀਟੇਸ਼ਨ ਕਰਦਾ ਤੁਹਾਡਾ ਕੰਮ ਹੈ ਉਹਦੇ ਰੱਦ ਕਰੋ ਉਹਨੂੰ ਸਹੀ ਇੰਟਰਪ੍ਰੀਟੇਸ਼ਨ ਲੋਕਾਂ ਨਾਲ ਜੇ ਤੁਹਾਡੇ ਕੋਲ 10 ਇਹ ਤੁਹਾਡੇ ਮੁਤਲਕ ਗੱਲ ਹੋ ਰਹੀ ਹੈ ਤੇ ਮੈਂ ਥੋੜਾ ਲੇਟ ਰਿਕਾਰਡਿੰਗ ਲਾਈ ਸੀ ਹੈ ਅੱਗੇ ਸੁਣਨਾ ਜਾਂ 50 ਬੰਦਾ ਹੁੰਦਾ ਤੇ 10-20 ਉਹ ਵੀ ਲੈ ਕੇ ਆਂਦਾ ਸਾਡਾ ਕੰਮ ਹੈ ਕਿ ਉਹ ਸਾਡਾ ਬਿਹਤਰੀਨ ਮੁਖਾਲਫ ਹੈ ਉਹਨੂੰ ਛਿਲਣਾ ਉਹਨੂੰ ਛਿਲਾਂਗੇ ਤੇ ਥੱਲੇ 100-200 ਬੰਦੇ ਨੂੰ ਪਤਾ ਲੱਗੇਗਾ ਵੀ ਕੌਣ ਸਹੀ ਹੈ ਤੁਸੀਂ ਉਹਨੂੰ ਗੁਸ਼ਤਾਖ ਮਾਤਮ ਦੀ ਘਗਰੀ ਪਾ ਕੇ ਕੱਢ ਦਿਓਗੇ ਤੇ ਤੁਸੀਂ ਕਿੱਥੋਂ ਬਹਾਦਰ ਹੋ ਬਈ ਤੁਸੀਂ ਕਿੱਥੋਂ ਮਸੀਹ ਦੇ ਮੁਜਾਹਿਦ ਹੋ ਤੁਸੀਂ 2% ਦੇ ਬੰਦੇ ਨੇ ਕਿ ਤੁਸੀਂ ਗੁਸਤਾਖ ਮੁਜਾਹਿਦ ਕਰਕੇ ਤੁਹਾਡੇ ਤੇ ਉਲਟਾ ਲੈਵਲ ਲੱਗ ਜਾਂਦਾ ਜੀ ਉਹਦੇ ਕੋਲ ਭੱਜ ਗਏ ਉਹਦੇ ਕੋਲ ਨੱਸ ਗਏ ਐ ਜੇ ਸਾਡੀ ਰਿਪਿਊਟ ਜਾਂਦੀ ਵੀ ਅਸੀਂ ਉਹਨੂੰ ਬਾਂਦਰ ਸੂਰ ਖੰਜ਼ੀਰ ਕਹਿ ਕੇ ਆਪਣੇ ਬਜ਼ੁਰਗਾਂ ਨੂੰ ਜਿਹਨਾਂ ਤੇ ਵਜ੍ਹਾ ਤੋਂ ਅਸੀਂ ਕਹਿੰਦੇ ਜੀ ਗੁਸ਼ਤਾਖੀ ਕਰਦਾ ਸਾਡਾ ਤੁਸੀਂ ਐਨਾਲਿਸਿਸ ਕਰੋ ਸਾਡਾ ਪਹਿਲੇ ਫਾਇਰ ਹੁੰਦਾ ਹੈ ਵਾਲਾ ਹਰ ਬੰਦੇ ਦੇ ਮੂੰਹ ਤੇ ਅਸ਼ਟਮ ਹੁੰਦਾ ਹੈ ਤੇ ਉਹਨੂੰ ਕਹਿ ਕੇ ਉਹਦੀ 2% ਦੀ ਹਸੀਅਤ ਨਹੀਂ ਸਾਡੇ ਆਪਣੇ ਜਮਾਤੀ ਅਕਾਇਦ ਦੇ ਮੁਕਾਬਲੇ ਦੇ ਵੈਸੇ ਉਹ ਇਨਸਾਨ ਹੈ ਬੜਾ ਅੱਛਾ ਠੀਕ ਹੈ ਜੋ ਵੀ ਅੱਲਾ ਨੇ ਬਣਾਇਆ ਲੇਕਿਨ ਅਸੀਂ ਉਹਨੂੰ 2% ਦੇ ਬੰਦੇ ਨੂੰ ਸੂਰ ਬਾਂਦਰ ਖੰਜ਼ੀਰ ਕਹਿ ਕੇ ਆਪਣੇ ਮਸੀਹ ਮੌਦ ਵੀ ਉਹੀ ਕੁਹਾਲਨ ਹੈ ਆਪਣੇ ਖਲੀਫਿਆਂ ਨੂੰ ਵੀ ਉਹੀ ਕੁਹਾਲਨ ਹੈ ਇਟ ਇਜ਼ ਅ ਬਿਗ ਡੀਲ ਇਹ ਬੜਾ ਭਾਰਾ ਸੌਦਾ ਅਸੀਂ ਕਰਨੇ ਜੋ ਕਿ ਹਜ਼ਰਤ ਮਸੀਹ ਮੌਦ ਦੀ ਤਾਲੀਮ ਦੇ ਖਿਲਾਫ ਹੈ ਬਿਲਕੁਲ ਜੇ ਮੈਂ ਤੁਹਾਨੂੰ ਪਾਕਿਸਤਾਨ ਭਾਈ ਹਜ਼ਰਤ ਮਸੀਹ ਮੌਦ ਦੇ ਹਵਾਲੇ ਕਰ ਦਾਂਗਾ ਇਹ ਜਿਹੜਾ ਅਸੀਂ ਸ਼ਾਤਮੀਅਤ ਮਾਤਮੀਅਤ ਗੁਸਤਾਖੀਆਂ ਦੇ ਜਿਹੜੇ ਅਸੀਂ ਟ੍ਰੈਂਡ ਚਲਾਤੇ ਨਾ ਇਹ ਵੀ ਇੱਕ ਮਖਸੂਸ ਸੋਚ ਨੇ ਕਿਤੇ ਦੀ ਤਾਂ ਕਿ ਉਹ ਸ਼ੋਰੂਮ ਭਰਨ ਇਧਰ ਮਾੜੇ ਬੰਦੇ ਕੋ ਬੰਦਾ ਨਾ ਆ ਕੇ ਪਵੇ ਜੇ ਹੁਣ ਅਸਲ ਗੱਲ ਪੁੱਛਦੇ ਤੇ ਬੇਜ਼ਰ ਮਸੀਹ ਮੌਦ ਨੇ ਜਾਂ ਕਿਸੇ ਨਬੀ ਨੇ ਤਾਲੀਮ ਦਿੱਤੀ ਕਿ ਤੁਸੀਂ ਮੁਖਾਲਫਤ ਨਾਲ ਲੈਂਦੇ ਦਾ ਤਰੀਕਾ ਕਰੋ ਸਾਡ ਤਬਲੀਗ ਦਾ ਪਹਿਲਾ ਅਸੂਲ ਹੀ ਅਦਬ ਅਦਾਬ ਹੈ ਇਖਲਾਕ ਹੈ ਇੱਜ਼ਤ ਹੈ ਹਾਂ ਅਗਰ ਉਹ ਨਹੀਂ ਕਰਦਾ ਉਹਨੂੰ ਥੱਲੇ ਲਾ ਦੇ ਤੁਹਾਡੇ ਕੋਲ ਡਿਸਕਨੈਕਟ ਹੈ ਵੇ ਉਹਨੂੰ ਕਹੋ ਜਾ ਭਾਈ ਜਦੋਂ ਤੇਰੀ ਤਬੀਅਤ ਠੀਕ ਹੋਏਗੀ ਉਦੋਂ ਆਈ ਔਰ ਕਈ ਬੰਦੇ ਸਾਡੇ ਕੋਲ ਐਸੇ ਜਿਹੜੇ ਮੇਰੇ 3 ਸਾਲਾ ਦੌਰੇ 'ਚ ਆਏ ਨੇ ਕਿ ਜਿਨ੍ਹਾਂ ਨੇ ਇੱਕ ਵਾਰੀ ਹੱਲੀ ਅੱਧੀ ਗਾਲ ਉਹਨਾਂ ਦੇ ਮੂੰਹ 'ਚ ਹੁੰਦੀ ਨਾਲ ਹੀ ਘੜੇ 'ਚ ਥੱਲੇ ਮਾਰੀ ਦਾ ਉਹਨੂੰ ਕਹਿੰਦਾ ਕਿ ਤੇਰੇ ਕੋਲ ਨਫ਼ਰਤ ਨਹੀਂ ਹੈਗੀ ਤੇਰੀ ਆ ਜ਼ੁਬਾਨ ਤੋਂ ਨਫ਼ਰਤ ਹੈ ਜਦੋਂ ਤੂੰ ਉੱਤੇ ਗੱਲ ਹੋ ਰਹੀ ਹੈ ਇਹਨੂੰ 2 ਹਫ਼ਤੇ ਸੁਣ ਜੇ ਤੂੰ ਇਸ ਮਾਹੌਲ 'ਚ ਆ ਕੇ ਗੱਲ ਕਰ ਲਵੇਂ ਤੇ ਆ ਜੇ ਅਸੀਂ ਤੇਰੇ ਨਾਲ ਗੱਲ ਕਰਾਂਗੇ ਔਰ ਆਏ ਨੇ ਲੋਕੀ ਹੁਣ ਸਾਨੂੰ ਲੋਕੀ ਪੁੱਛਦੇ ਜੀ ਤੁਹਾਡੀ ਇਹਨਾਂ 2 ਸਾਲਾਂ 3 ਸਾਲਾਂ ਦੀ ਤਬਲੀਗ ਦਾ ਕੀ ਅਸਰ ਹੋਇਆ ਕੋਈ ਆਮਦੀ ਕੀਤਾ ਜੀ ਅਜੇ ਤਾਈਂ ਹੁਣ ਕੀ ਖਿਆਲ ਹੈ ਅਸੀਂ ਅੱਲਾ ਦੇ ਫਨਾ ਕੋਈ ਆਮਦੀ ਕੀਤੇ ਅਸਾਂ ਫੈਮਿਲੀ ਆਮਦੀ ਕੀਤੀ ਆਪਣੇ ਨਾਸਰ ਮੁਰੱਬੀ ਸਾਹਿਬ ਨੂੰ ਪੁੱਛ ਲੈਣਾ ਅਸੀਂ ਮਕਸਦ 3-4 ਉਹ ਜਿਹੇ ਬੰਦੇ ਭਾਈ ਆਮਦੀ ਕੀਤੇ ਨੇ ਹੁਣ ਉਹਨਾਂ ਦੇ ਨਾਂ ਐਡਰੈਸ ਦੇ ਕੇ ਉਹਨਾਂ ਦੇ ਗਾਟੇ ਵਢਾ ਦਈਏ ਉਹਨਾਂ ਦੇ ਘਰਾਂ ਨੂੰ ਅੱਗ ਲਵਾ ਦਈਏ ਕੋਈ ਅਹਿਮਦੀ ਜੋ ਗੈਰ ਅਹਿਮਦੀ ਹੋਵੇ ਉਹਨੂੰ ਫੁੱਲ ਪੈਂਦੇ ਨੇ
ਉਹਨੂੰ ਅਗਲੇ ਹਰ ਤਰ੍ਹਾਂ ਤੋਂ ਬਾਹ ਮੋਢਾ ਬਣ ਦਿੰਦੇ। ਜੇ ਕੋਈ ਗੈਰ ਨਹੀਂ ਜਵਾਬਦੀ ਹੋਏਗਾ ਤੇ ਉਹਦੇ ਨਾਲ ਕੀ ਹੋਏਗਾ ਜੇ ਉਹਦਾ ਐਡਰੈਸ ਦੇ ਦਿਓਗੇ ਤੇ? ਇਹ ਸੋਚਿਆ ਕਿ ਨਹੀਂ ਕਿਸੇ ਨੇ? ਤੇ ਅਤੇ ਅੰਬਰ ਸਾਹਿਬ ਆਪਣਾ ਰੋਣਾ ਰੋਂਦੇ ਨੇ ਤੁਹਾਡੇ ਮੁਤਾਲਿਕ ਹੀ ਕਹਿਣ ਲੱਗੇ ਨੇ ਸ਼ੁਰੂ ਚ ਸ਼ਾਇਦ ਨਾ ਇੱਕ ਸ਼ੁਰੂ ਤੋਂ ਬਿਲਕੁਲ ਨਹੀਂ ਇੱਕ ਜਗ੍ਹਾ ਤੋਂ 1 ਮਿੰਟ ਫਿਰ ਦੁਬਾਰਾ ਸ਼ੁਰੂ ਸੁਣਨਾ ਬਲਕਿ ਤੁਹਾਡਾ ਨਾਮ ਹੀ ਲਏਗਾ 1 ਮਿੰਟ ਸ਼ੁਰੂ ਤੋਂ ਦੁਬਾਰਾ ਸੁਣਨਾ। ਅਮਰ ਨਜ਼ੀਰ ਤੋਂ ਇਲਾਵਾ ਕਿਹੜਾ ਬੰਦਾ ਹੈ ਜਿਹਨੇ ਆ ਕੇ ਅਨਵਾਰੇ ਖਿਲਾਫ ਹਕੀਕਤ ਲਵੇ ਆਇਨਾ ਕਮਾਲਾ ਤੇ ਇਸਲਾਮ ਸੁਰਮਾ ਚਸ਼ਮਾ ਸਿਵਾਏ 2 ਲਾਣਾ ਦੀ ਪਰਚੀ ਤੋਂ ਕਿਹੜਾ ਬੰਦਾ ਆਇਆ ਜਿਹਨੇ ਤੁਹਾਡਾ 2 ਮਿੰਟ ਤੋਂ ਜ਼ਿਆਦਾ ਗੱਲ ਕੀਤੀ? ਉਹਨੇ ਸਾਡੀਆਂ ਕਿਤਾਬਾਂ ਪੜ੍ਹੀਆਂ ਨੇ, ਉਹਨੂੰ ਉਹ ਜੋ ਇੰਟਰਪ੍ਰੀਟੇਸ਼ਨ ਕਰਦਾ ਤੁਹਾਡਾ ਕੰਮ ਹੈ ਉਹਦੇ ਰੱਦ ਕਰੋ, ਉਹਨੂੰ ਸਹੀ ਇੰਟਰਪ੍ਰੀਟੇਸ਼ਨ ਲੋਕਾਂ ਨਾਲ। ਜੀ ਅਮਰ ਭਾਈ ਇਹ ਮੇਰਾ ਪੁਆਇੰਟ ਹੈ ਕਿ ਮਾਸ਼ਾਅੱਲਾ ਇਹ ਤੁਹਾਡਾ ਜਿਹੜਾ ਨਾ ਅਲਹਮਦੁਲਿਲਾ ਅੱਲਾਹ ਪਾਕ ਤੁਹਾਡੇ ਇਸ ਕੰਮ 'ਚ ਬਰਕਤ ਪਾਇਆ ਤੇ ਅੱਲਾਹ ਪਾਕ ਇਸ ਨੂੰ ਮਜ਼ੀਦ ਲੋਕਾਂ ਨੇ ਦਿਲ ਖੋਲ੍ਹਿਆ ਦਿਮਾਗ ਖੋਲ੍ਹਿਆ ਕਿਉਂਕਿ ਮੁਖਾਲਫੀਨ ਵੀ ਮੰਨਦੇ ਨੇ ਕਿ ਤੁਹਾਡੇ ਕੋਲ ਮਾਸ਼ਾਅੱਲਾ ਉਹਨਾਂ ਦੀ ਕਿਤਾਬਾਂ ਦਾ ਇਲਮ ਹੈ ਨੌਲੇਜ ਹੈ ਔਰ ਇਹ ਬਾਰਹਾ ਕਹਿੰਦੇ ਨੇ ਕਿ ਸਾਨੂੰ ਇਤਨਾ ਨੌਲੇਜ ਨਹੀਂ ਹੈ ਔਰ ਅਸੀਂ ਪੜ੍ਹਨੇ ਤੋਂ ਮਜਬੂਰ ਹੁੰਦੇ ਹਾਂ ਔਰ ਵਾਕਈ ਤਾਂ ਹੀ ਤੁਹਾਡੇ ਤੋਂ ਨਸਦੇ ਨੇ। ਜੀ ਬਸ ਇਤਨਾ ਹੀ ਮੇਰਾ ਪੁਆਇੰਟ ਸੀ ਤੁਹਾਡੇ ਨਾਲ ਗੱਲ ਕਰਨ ਦਾ। ਜਜ਼ਾਕੱਲਾ ਖੈਰ, ਅੱਲਾਹ ਤਾਲਾ ਤੁਹਾਨੂੰ ਜਜ਼ਾਏ ਖੈਰ ਦੇ। ਇਹ ਮੈਨੂੰ ਘੱਲੋ ਮੈਂ ਇਹਦੇ ਨਾਲ ਸਿੱਧੂ ਦਾ ਗਾਣਾ ਲਾ ਕੇ ਚੱਲ। ਅੱਲਾਹ ਤਾਲਾ ਸਾਨੂੰ ਰਿਆਕਾਰੀ ਤੋਂ ਬਚਾਏ। ਲੇਕਿਨ ਇਹ ਕਿ ਗੱਲ ਤੁਸੀਂ ਸਹੀ ਕੀਤੀ ਹੈ ਕਿ ਅਸੀਂ ਉਹਨਾਂ ਨਾਲ ਕੋਈ ਧੱਕਾ ਧਰੋਲ ਕੋਈ ਗਾਲਮ ਗਲੋਚ ਜਿਸ ਤਰ੍ਹਾਂ ਕਈ ਸਾਡੇ ਮੁਸਲਮਾਨ ਭਾਈ ਨੇ ਉਹ ਗੱਲ ਸ਼ਲ ਨਹੀਂ ਕਰਦੇ, ਸਿਰਫ ਗਾਲ ਹੀ ਕੱਢਣਾ ਜਾਣਦੇ ਨੇ ਤੇ ਉਹ ਜਾਂਦਿਆਂ ਗਾਲਾਂ ਕੱਢਦੇ ਨੇ ਤੇ 1-2 ਮਿੰਟ ਦੇ ਅੰਦਰ ਅੰਦਰ ਹੀ ਕੰਮ ਹੋ ਜਾਣਾ। ਇਹ ਗੱਲ ਸਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜੇ ਦਲੀਲ ਨਾਲ ਗੱਲ ਕਰੋ ਘੰਟਾ ਪੇ ਕਰੋ, ਤੋਹੀਨ ਨਾ ਕਰੋ ਨਾ ਕਰਾਓ। ਤੇ ਇਹ ਹਵਾਲੇ ਨੇ ਇਹ ਗੱਲਾਂ ਨੇ ਇਹਨਾਂ ਨਾਲ ਰੈਫਰੈਂਸ ਨਾਲ ਦਲੀਲ ਨਾਲ ਗੱਲ ਕਰੋ ਸਾਡੇ ਨਾਲ। ਅੰਬਰ ਭਾਈ ਤੰਗ ਤੁਹਾਡੇ ਤੋਂ ਤਾਂ ਹੀ ਨੇ ਤੁਹਾਡੇ ਤੋਂ ਤੰਗ ਕੀਤਾ ਨੇ ਕਿ ਤੁਸੀਂ ਇਖਲਾਕ ਦੇ ਨਾਲ ਗੱਲ ਕਰਦੇ ਹੋ ਔਰ ਜਦ ਤੱਕ ਉਹ ਤੁਹਾਨੂੰ ਗੱਲ ਕਰਦੇ ਰਹਿੰਦੇ ਨੇ ਤੁਸੀਂ ਕਦੇ ਰਿਸਪਾਂਸ ਨਹੀਂ ਕਰਦੇ, ਤੁਹਾਨੂੰ ਪ੍ਰੋਵੋਕ ਕਰਦੇ ਨੇ ਔਰ ਐਸਾ ਪ੍ਰੋਵੋਕ ਕਰਦੇ ਨੇ ਕਿ ਯਕੀਨ ਕਰੋ ਮੈਨੂੰ ਗੁੱਸਾ ਚੜ ਰਿਹਾ ਹੁੰਦਾ ਕਿ ਮੈਂ ਕਹਿੰਦਾ ਕਿ ਯਾਰਾ ਕਿ ਮੈਂ ਉੱਪਰ ਜਾ ਕੇ ਨਾ ਉਸ ਨੇ ਬਰੋਡ ਉੱਪਰ ਕੱਲ ਪਰਸੋਂ ਲੱਗੇ ਸੀ ਮੇਰਾ ਦਿਲ ਕਰ ਰਿਹਾ ਸੀ ਮੈਂ ਉੱਪਰ ਜਾ ਕੇ ਤਾਂ ਮੈਂ ਇਸਨੂੰ ਕਹੂੰਗਾ ਕਿ ਤੇਰੀ ਹਿੰਮਤ ਕਿਸ ਤਰ੍ਹਾਂ ਹੁੰਦੀ ਹੈ ਕਿ ਬਾਹਰ ਤੁਸੀਂ ਬੈਠੇ ਹੁੰਦੇ ਹੋ ਅਸੀਂ ਇਤਰਾਮ ਚ ਨਹੀਂ ਕੁਛ ਵੀ ਬੋਲਦੇ ਲੇਕਿਨ ਇਹ ਅੱਲਾਹ ਪਾਕ ਤੁਹਾਨੂੰ ਬੜਾ ਸਬਰ ਦਿੱਤਾ ਅਨਲੈਸ ਕੋ ਰੈਡ ਲਾਈਨ ਨਾ ਕ੍ਰਾਸ ਕਰਨ। ਤੁਸੀਂ ਲਾਈਨ ਜੀ ਇੱਕ ਬਣਾ ਕੇ ਰੱਖੀ ਹੈ, ਤੁਸੀਂ ਕਿਹਾ ਕਿ ਇਹ ਸਾਡੀ ਰੈਡ ਲਾਈਨ ਹੈ, ਸਾਡੇ ਅਕਾਰਬ ਜਿਹੜੇ ਵੀ ਹਨ ਜਿਤਨੇ ਸਨੀਆਂ ਨਬੀ ਸੱਲੱਲਾਹੁ अलैहि वसल्लम ਜਾਂ ਸਹਾਬਾ ਜਾਂ ਜਿਤਨੇ ਇਹਨਾਂ ਉੱਪਰ ਤੁਸੀਂ ਨਹੀਂ ਕੋਈ ਵੀ ਐਸੀ ਗੁਸਤਾਖੀ ਕਰਨੀ। ਉਸ ਤੋਂ ਇਲਾਵਾ ਤੁਸੀਂ ਜੋ ਵੀ ਮੇਰੇ ਪਰ ਗੱਲ ਕਰਨੀ ਹੈ ਜਾਂ ਕਿਸੇ ਹੋਰ ਪਰ ਗੱਲ ਕਰਨੀ ਕਰ ਲਓ, ਠੀਕ ਹੈ। ਲੇਕਿਨ ਉਸ ਤੋਂ ਬਾਅਦ ਫਿਰ ਤੁਸੀਂ ਮਾਸ਼ਾਅੱਲਾ ਦਲੀਲ ਦੇ ਨਾਲ ਪੱਕੀ ਘੱਟ ਲਫ਼ਜ਼ਾਂ ਵਿੱਚ ਤਫਸੀਲ ਦੇ ਨਾਲ ਜਿਹੜੀ ਗੱਲ ਕਰਦੇ ਹੋ ਉਹ ਉਸੇ ਦੀ ਵਜ੍ਹਾ ਤੋਂ ਰਾਤੀ ਵੀ ਮੈਂ ਸੋਚਣ ਲੱਗਿਆ ਸਾਂ ਰਾਤੀ ਫਿਰ ਜੱਬਾ ਪਿਆ ਸੀ ਹੁਸੈਨੀ ਸਾਹਿਬ ਨੇ ਕਿੰਨੀ ਦਫਾ ਬਰਾੜ ਸੱਟੀ ਹੈ ਕਿੰਨੀ ਦਫਾ ਵਾਪਸ ਕੀਤੀ ਹੈ ਅਜੇ ਤੱਕ ਇਹ ਫੈਸਲਾ ਨਹੀਂ ਹੋਇਆ ਰਾਤੀ ਤੱਕ ਵੀ ਕਿ ਮਿਰਜ਼ੇ ਦਾ ਦਾਵਾ ਨਬੂਵਤ ਦਾ ਹੈ ਜਾਂ ਨਹੀਂ ਹੈ। ਅੱਜ ਦਿਨ ਤੱਕ ਉਹ ਰਾਤੀ ਵੀ ਇਹ ਮੁਕੱਦਮਾ ਚੱਲ ਰਿਹਾ ਸੀ ਤਾਂ ਮੈਂ ਸੋਚ ਰਿਹਾ ਸਾਂ ਕਿ ਇੱਕ ਐਸਾ ਤੁਸੀਂ ਮਾਸ਼ਾਅੱਲਾ ਇੱਕ ਦੀਆ ਜਲਾਇਆ ਕਿ ਇਸ ਦੀ ਰੋਸ਼ਨੀ ਜਿਹੜੀ ਹੈ ਅਜੇ ਤੱਕ ਚੱਲ ਰਹੀ ਹੈ। ਔਰ ਦੇਖੋ ਅਮਰ ਭਾਈ ਅਗੇਨ ਗੱਲ ਤੁਹਾਨੂੰ ਵੀ ਪਤਾ ਈਮਾਨ ਦੀ ਜਿਹੜੀ ਗੱਲ ਹੁੰਦੀ ਹੈ ਨਾ ਇਸਨੇ ਸ਼ੱਕ ਆ ਜਾਏ ਕਿਸੇ ਕਿਸਮ ਦਾ ਵੀ ਮਾਮੂਲੀ ਜਿਹਾ ਵੀ ਸ਼ੱਕ ਆ ਜਾਏ ਤੁਹਾਡਾ ਈਮਾਨ ਤੋਂ ਤੁਸੀਂ ਗਏ ਹੋ ਕਿਸ ਯਾਰ ਤੁਸੀਂ ਕਿਸੇ ਵੀ ਰਿਸ਼ਤੇ 'ਚ ਸ਼ੱਕ ਕਰਨਾ ਸ਼ੁਰੂ ਹੋ ਜਾਓ ਨਾ ਅਗਰ ਤੁਸੀਂ ਮੁਖਲਸ ਹੋ ਤੁਸੀਂ ਉਹਨਸ ਹੋ ਰਿਸ਼ਤੇ ਦੇ ਨਾਲ ਉਸ ਰਿਸ਼ਤੇ 'ਚ ਥੋੜ੍ਹਾ ਜਿਹਾ ਵੀ ਸ਼ੱਕ ਆ ਜਾਏ ਨਾ ਅਮਰ ਭਾਈ ਤੇ ਤੁਹਾਡਾ ਉਹ ਰਿਸ਼ਤਾ ਉਹ ਮਜ਼ਬੂਤ ਨਹੀਂ ਰਹਿੰਦਾ ਉਹ ਖਤਮ ਹੋ ਜਾਂਦਾ। ਤੇ ਜਿਹੜਾ ਹੁੰਦਾ ਨਾ ਇਹ ਅਕੀਦਤ ਵਾਲਾ ਰਿਸ਼ਤਾ ਜਿਸਨੇ ਪੁੱਛਣਾ ਈਮਾਨ ਹੁੰਦਾ ਉਸਨੇ ਉੱਪਰ ਤਾਂ ਸ਼ੱਕ ਨਹੀਂ ਗੁੰਜਾਇਸ਼ ਹੀ ਕੋਈ ਨਹੀਂ ਹੁੰਦੀ ਨਾ ਜੇ ਤੁਸੀਂ ਸ਼ੱਕ ਕਰ ਗਏ ਹੋ ਤੇ ਫਿਰ ਤਾਂ ਤੁਹਾਡਾ ਮਾਮਲਾ ਹੀ ਖਤਮ ਹੋ ਗਿਆ ਨਾ ਸਾਰਾ। ਬਿਲਕੁਲ ਬਿਲਕੁਲ ਇੱਕ ਈਮਾਨ ਕਹਿੰਦੇ ਯਕੀਨ ਨੂੰ ਨੇ ਕਿ ਜਿਸ ਗੱਲ ਦਾ ਤੁਹਾਨੂੰ ਯਕੀਨ ਹੈ ਉਹਦਾ ਹੀ ਨਾਂ ਈਮਾਨ ਹੈ। ਜਦੋਂ ਯਕੀਨ ਹੀ ਮੁਤਜ਼ਲਜ਼ਲ ਹੋ ਗਿਆ ਡਾਊਟ ਹੋ ਗਿਆ ਈਮਾਨ ਤਾਂ ਖਤਮ ਹੋ ਗਿਆ। ਖੈਰ ਈਮਾਨ ਤਾਂ ਉਹਨਾਂ ਦਾ ਪਹਿਲੇ ਵੀ ਕੋਈ ਨਹੀਂ ਹੈ ਲੇਕਿਨ ਚਲੋ ਜਿਹੜਾ ਕੋ ਉਸਨੇ ਜਾਨ ਦੇ ਤੌਰ ਤੇ ਉਹਨਾਂ ਨੇ ਲੈ ਕੇ ਚੱਲਦੇ ਸੀ ਪਏ ਹੁਣ ਉਹਨੂੰ ਵੀ ਬਹਿ ਕੇ ਤੇ ਕੋਸ ਰਹੇ ਨੇ ਵੀ ਇਹ ਕੀ ਮੰਨਿਆ ਸਾਂ। ਜਿਹੜੀਆਂ ਤਹਿਰੀਰਾਂ ਜਿਹੜੇ ਹਵਾਲੇ ਇਨਕਾਰੇ ਦਾਅਵੇ ਨਬੂਵਤ ਦੇ ਨੇ ਨਾ ਉਹਦਾ ਵੀ ਸਾਡੇ ਕੋਲ ਅਲੱਗਾ ਰਿਕਾਰਡ ਮੌਜੂਦ ਹੈ ਤੇ ਜਿਨ੍ਹਾਂ ਲਫ਼ਜ਼ਾਂ ਨਾਲ ਉਹਨੇ ਦਾਅਵਾ ਕੀਤਾ ਉਹਦਾ ਵੀ ਰਿਕਾਰਡ ਮੌਜੂਦ ਹੈ। ਜਿਸ ਵੇਲੇ ਜਿਹੜਾ ਦਿਲ ਕਰੀ ਅਲਹਮਦੁਲਿਲਾ ਉਹ ਦਾਵਾ ਨਾਲ ਅੱਗੇ ਰੱਖਦੀ ਹੈ
ਨਾ ਇਹਨਾਂ ਨੂੰ ਉਹਦਾ ਜਵਾਬ ਆਉਂਦਾ ਨਾ ਦੂਜੇ ਦਾ ਜਵਾਬ ਆਉਂਦਾ। ਇਸ ਗੱਲੇ ਕਰਕੇ ਇਹ ਜਿਹੜਾ ਗਾਲੀਬਾਜ਼ ਜਾਂ ਸ਼ਾਤਮ ਇਹਨਾਂ ਦਾ ਕਰੋ ਮਿਊਟ। ਇਹ ਥੱਲੇ ਬਹਿ ਕੇ ਸੁਣੇ ਜਾਂ ਬਾਹਰ ਬਹਿ ਕੇ ਸੁਣੇ। ਰਾਤੀ ਮੈਂ ਨਾ ਪਤਾ ਨਹੀਂ ਕਿਉਂ ਖਾਣਾ ਖਾਣ ਤੋਂ ਬਾਅਦ ਜਲਦੀ ਮੈਨੂੰ ਨੀਂਦ ਆ ਗਈ ਤੇ ਮੈਂ ਡਿਸਕਨੈਕਟ ਕਰਕੇ ਚਲਾ ਗਿਆ। ਕੀ ਮੇਰੇ ਪਿੱਛੋਂ ਆਇਆ ਮੈਨੂੰ ਪਤਾ ਨਹੀਂ, ਸਵੇਰ ਦਾ ਵੀ ਕਿਸੇ ਨੇ ਦੱਸਿਆ। ਅੱਜ ਕੱਲ੍ਹ ਇਹ ਦੂਸਰਾ ਦਿਨ ਹੈ। ਅਸਦ ਬਹਿਰੇਨ ਜਿਹੜਾ ਉਹ ਇੱਕ ਨਵਾਂ ਮੁਜਾਹਿਦ ਉੱਠਿਆ, ਉਹਨੇ ਫੜ ਕੇ ਮਰਜ਼ਈਆਂ ਦੇ ਹਾਲਾਤ ਟੈਟ ਕਰ ਛੜੇ ਨੇ। ਉਹ ਬਰਾੜ ਸੁਬਹ ਲਾ ਲੈਂਦਾ। ਮੈਂ ਉਸ ਕੋਈ ਵੀਡੀਓ ਬਣਾਉਣੀ ਹੁੰਦੀ ਉਹ ਵੀ ਨਹੀਂ ਬਣਾ ਸਕਦਾ ਮੈਂ, ਬਲਕਿ ਆਈਏ ਐਸੀ ਬਿਜ਼ੀ ਆਪਣੇ ਅਜ਼ਕਾਰ ਵਗੈਰਾ। ਤੇ ਉਸ ਵੇਲੇ ਮੈਨੂੰ ਮੈਸੇਜ ਆਇਆ ਨਜਫ ਬਾਸ ਦਾ, ਬਈ ਜਲਦੀ ਆਵੋ ਬਰਾੜ ਤੇ। ਮੈਂ ਕਿਹਾ ਵੀ ਹੁਣ ਜ਼ਿਆਦਾ 10 ਮਿੰਟ ਅੱਧਾ ਘੰਟਾ ਖਲੋ ਜਾ। तो आया तो अगे रौला पिया सी। कहने का मकसद है कि सवेरे सवेरे काम शुरू हो जाता है, तो सुबह की किसी ने डिटेल दिखी नहीं कि राती मेरे जान तो बाद की होया। लेकिन सच्ची गल यही है कि मिर्जाइयां को इन्हां गल्लां दे जवाब नहीं है। वो सौड़े पैंदे ने या फिर वो हेराफेरी करने की कोशिश करते हैं। जिहड़ी गल पूछी जा रही है ਉਹਦਾ जवाब देने की बजाय इधर उधर गल्लां, जिथे लाश पई है उत्थे कई मारन की बजाय सज्जे खब्बे कमाद गुड्डन शुरू हो जाते हैं। जिहड़ा भी मुनसिफुल मजाज इंसान है वो देखेगा तो वो आखेगा कि इन्हां कोले इन्हां गल्लां दे जवाब नहीं है। ते यक तरफा कार्रवाई करनी है, यक तरफा किसी ने कोई इन्हां नूं फेवर करना होवे वो करके तो इन्होंने बिठाई रखे उत्ते कि जो मर्जी मूँह शातनीयत आती है करी जान। लेकिन जोड़ा भी बंदा थोड़ा जिहा भी सोचने वाला है ना या ज़हन रखने वाला है वो इन्हों की कैफियत पढ़ लेंदा है कि इन्हों को जवाब नहीं है। कि सज्जे खब्बे कंधां नूं वजदे ने। अच्छ परती रपो कदू है हुण जिहड़ी गल है ये भी तुसां कदे पहले सुनी नहीं होनी। ये हवाला जिहड़ा सामने लगे है इहदा भी हवाला तुसां कदे पहले सुनिया नहीं होना। हुण चौहान साहब आउणगे ते ओह कहणगे बई असीं ते अमर दे शुक्रगुजार हां, नवें नवें हवाले कढ के लिआंदा है जिहदे नाल सानूं गौर फिक्र करने का मौका मिलता है। लेकिन इन्हां दी मौत ने ये आंदे ने क्यों हवाला साडे मसीह मौत का कट के लिआंदा है, क्यों उन्होंने झूठा साबित करना है। भाई दलील नाल तो झूठा ही है, तो जे धक्के नाल तुसीं उहनूं अन्नेवाह मनना है तो मन्नी जाओ। जिस तरह चौहान साहब आंदे ने भाई वो कि लिखे है नहीं लिखे है, ईमान रखना है बस। जो मिर्जा साहब ने कह दिता वो उंज ही मनना है। तो फिर तो एक अलग गल है कि जे दलील नाल मनना है तो दलील नाल तो कोई नहीं, झूठ ही है, झूठो झूठ तारी है। फिर जिहड़ियां गल्लां दे रैफरेंस दे के ते बंदा गल करे तो आखे बई बुखारी चाहे लिखे है, तफसीर इब्न कसीर चाहे लिखे है, मोतबर तफसीरों में लिखा हुआ है, हदीसों में आया हुआ है। अगू वाला ना लभे उत्थे चीज़ ना होवे फिर ये भी तुसीं अन्नेवाह मन्नी जाओ, अन्नेवाह ईमान लै आवो। लेकिन जे तुसीं आखो ना दलील नाल मन्निया, दलील है नहीं, दलील उहदे मन्नण दी किसी कोल नहीं है। अल्लाह इन्हां नूं हिदायत देवे। लगे ने सज्जे खबे कंबल भूसे खान ते मातम करना। भाई की करिए, गल नहीं करनी पी हुंदी। तो भाई तुहानूं याद होगा कि मैं तुहानूं कुछ दिन पहले कहा सी कि ये हुण ना शातमीयत करनगे। जदों ना मुबशर रज़ा ने ना हुसैनी ब्लॉग अपनाना शुरू किया
ਕਿਉਂਕਿ ਇਹਨਾਂ ਹੁਸੈਨੀ ਸਾਹਿਬ ਨੇ ਬਰੋਡ ਨਾਲ ਬਾਈਕਾਟ ਕੀਤਾ ਔਰ ਬੜੀਆਂ ਗੱਲਾਂ ਕੀਤੀਆਂ, ਇਸ ਮੁਬਸ਼ਰ ਰਜ਼ਾ ਨੇ ਵੀ ਬੜੀਆਂ, ਤੇ 1122 ਨੇ ਵੀ ਨਾ, ਤੇ ਇੰਨਾ ਮੁਕੰਮਲ ਇਸ ਨਾਲ ਬਾਈਕਾਟ ਵੀ ਕੀਤੇ ਸੀ ਸਾਰਾ ਕੁਝ। ਉਹ ਜਦੋਂ ਤੁਸੀਂ ਜਾਣਾ ਸ਼ੁਰੂ ਕੀਤਾ ਨਾ, ਤੇ ਜਦੋਂ ਨਾ ਦੇਖਿਆ ਕਿ ਵੀ ਇਹ ਇੱਥੇ ਜਾ ਕੇ ਤੇ ਅੰਬਰ ਨਜ਼ੀਰ ਸਾਨੂੰ ਤੇ ਬੜਾ ਬੇਨਕਾਬ ਕਰਿਆ, ਤੇ ਇਹਨਾਂ ਫਿਰ ਬੈਠ ਕੇ ਆਪਸ 'ਚ ਇਹ ਹੱਲ ਕੱਢਿਆ ਕਿ ਇੱਥੇ ਜਾ ਕੇ ਕੋਈ ਗੁਸਾਖੀ ਕਰੀਏ ਤੇ ਇੱਥੋਂ ਅੰਬਰ ਨਜ਼ੀਰ ਨੂੰ ਨਸਾਈਏ। ਉੱਥੇ ਸਾਡੇ ਨੇ ਮੌਕਾ ਨਹੀਂ ਲੱਭਾ, ਫਿਰ ਨਾ ਬਾਅਦ ਤੁਹਾਨੂੰ ਪਤਾ ਹੈ ਕਿ ਨਾ ਗੁਸਾਖੀਆਂ ਕੀਤੀਆਂ ਨੇ 2-4 ਦਿਨ ਨਾ ਵਾਹ ਟਕਾ ਕੇ ਗੁਸਾਖੀਆਂ ਕੀਤੀਆਂ ਨੇ, ਬੜਾ ਦਿਲ ਦੁਖਿਆ ਉਹਨਾਂ ਦਿਨਾਂ ਵਿੱਚ। ਮੈਂ ਨਹੀਂ ਪੜਿਆ, ਮੈਂ ਸੁਣਦਾ ਰਿਹਾ ਤੁਹਾਨੂੰ। ਤੇ ਇਹਨਾਂ ਉਹ ਸਿਰਫ ਇਹ ਮਕਸਦ ਹੈ ਕਿ ਇਹ ਜਦੋਂ ਇਹ ਸੱਚ ਨੂੰ ਬੰਦ ਰੋਕਣੇ ਵਾਸਤੇ ਇਹਨਾਂ ਕੋਲ ਇਹ ਤਰੀਕਾ ਹੈ ਨਾ ਰੱਖਿਆ ਕਿ ਵੀ ਗੁਸਾਖੀ ਕਰੋ ਟਕਾ ਕੇ, ਤੇ ਮੁਸਲਮਾਨ ਆਪੋ ਨਸੇਗਾ ਕਿ ਯਾਰ ਗੁਸਤਾਖ ਨੇ ਤੇ ਇਹ ਮਿਰਜ਼ੇ ਕੀ ਨਾ ਅਸਾਂ ਮਿਰਜ਼ੇ ਨਾ ਬਿਆਨ ਕਰਦੇ, ਠੀਕ ਹੈ। ਜਦੋਂ ਤੱਕ ਉਹ ਸਿਰਫ ਇਹਨਾਂ ਇਹ ਕਿਤੇ ਇਹ ਤਰੀਕਾ ਇਹਨਾਂ ਪੱਕਾ ਰੱਖਿਆ, ਤੇ ਇਹ ਮਜ਼ੀਦ ਵੀ ਹੁਣ ਤੁਹਾਡੇ ਤੋਂ ਬੜਾ ਤੰਗ ਨੇ ਹੁਸੈਨੀ ਬਰੋਡ ਵਜਾ ਕੇ ਤੁਸੀਂ ਜਿਸ ਤਰੀਕੇ ਨਾਲ ਮਾਸ਼ਾਅੱਲਾ ਕਰਦੇ ਹੋ ਨਾ ਗੱਲ ਉਡਾਤੇ ਵੀ ਆਪਣੂ ਬੜੀ ਤਕਲੀਫ ਇਹਨਾਂ ਨੂੰ ਇਹ ਹੁੰਦੀ ਹੈ। ਹੁਸੈਨੀ ਸਾਹਿਬ ਨਹਾਰ ਕੋਈ ਅੱਧੇ ਪੌਣੇ ਘੰਟੇ ਬਾਅਦ ਨੂੰ ਕਹਿੰਦੇ ਨੇ ਜੀ ਕਿ ਲਾਮਾ ਸਾਹਿਬ ਆਏ ਸਨ, ਮਾਸ਼ਾਅੱਲਾ ਬੜੀ ਇਲਮੀ ਸ਼ਖਸੀਅਤ ਹਨ, ਉਹ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਕਿਸੇ ਨੂੰ ਗਾਲ ਨਹੀਂ ਦਿੰਦੇ, ਬੜੇ ਇਲਮੀ ਤਰੀਕੇ ਨੇ ਨਾਲ ਉਹ ਬੜੇ ਇਲਮੀ ਗੱਲ ਕਰਦੇ ਨੇ, ਤੇ ਮਾਸ਼ਾਅੱਲਾ ਉਹ ਬੜਾ ਸਾਡੇ ਇਲਮ 'ਚ ਇਜ਼ਾਫਾ ਕਰਦੇ ਨੇ। ਉਹ ਫਿਰ ਮਰਜ਼ਾਈਆਂ ਨੂੰ ਬੜੀ ਤਰਫ ਹੁੰਦੀ ਹੈ, ਫਿਰ ਤੁਹਾਨੂੰ ਕਦੇ ਕਿਹੜੀ ਗਾਲ ਵੰਦੇ ਨੇ ਉਹ ਰੰਗ ਦੀ। ਤੇ ਰਾਤੀ ਮੈਂ ਹੁਣ ਹੈ ਜਾਵਾਪੁਰ ਜਾਣ ਲੱਗਿਆ, ਹੁਣ ਡਰਾਈਵ ਕਰਨ ਲੱਗਿਆ, ਤੇ ਅੱਧੇ ਘੰਟੇ ਡਰਾਈਵ ਹੈ, ਮੈਂ ਜਾ ਕੇ ਅਗਰ ਈਜ਼ੀ ਹੋਇਆ ਨਾ ਮੈਂ ਤੁਹਾਨੂੰ ਰਾਤੀ ਵੀਡੀਓ ਸੁਣਾਵਾਂਗਾ। ਰਾਤੀ ਉਹ ਇੱਕ ਆਇਆ ਸੀ, ਉਸਨੇ ਬਰੋਡ ਪਰ ਮਤਲਬ ਕਿ ਐਸੇ ਬਰੋਡ ਪਰ ਨਾ ਕੋਈ ਗੁਜਰਾਤ ਦਾ ਬੰਦਾ ਸਹੀ ਡਰੰਕ ਹੋਇਆ ਸੀ ਨਾ, ਤੇ ਆ ਕੇ ਤੇ ਉਹ ਉਸਨੇ ਬੜਾ ਸ਼ੁਗਰ ਲਿਆ, ਬਲਕਿ ਉਸਨੇ ਕਿਹਾ ਤੁਹਾਨੂੰ ਵੀ ਗਾਲਾਂ ਸ਼ਾਲਾਂ ਕੱਢੀਆਂ ਉਸ तो बड़ी रिकॉर्डिंग मेरे को तो थोड़ी रिकॉर्डिंग है, उससे पहले तो मैं हर इंजॉय करता रहा, बाद में रिकॉर्डिंग लाई है। तो मतलब कैसे कोई पूरी रिकॉर्डिंग होनी है वो भी सुनने वाली है ना, ते वो बड़े मजे दी रिकॉर्डिंग है वो। फिर मैं तुहानू थोड़ी देर तक अगर मैं मौका मिलता तो मैं तुहानू सुनावांगा। बट कैफ गल करने का मकसद ये सी कि इन्हां दा मकसद ये है कि ये सिर्फ और सिर्फ गुस्सा ही करके तुहानू ना एक मिनट फोन ਇਹ ਕੋਈ ਅਪਡੇਟ ਇਹਦੇ ਫੀਚਰਸ ਹੋਏ ਨੇ ਟਿਕਟੌਕ ਦੇ, ਤਾਂ ਲਿਸਟ ਮੈਨੂੰ ਪੂਰੀ ਇੱਕਦਮ ਨਹੀਂ ਖੁੱਲਦੀ, ਤਿੰਨ ਤਿੰਨ ਕਰਕੇ ਥੱਲੇ ਉਹ ਬੰਦੇ ਨਜ਼ਰ ਆਉਂਦੇ ਨੇ, ਅੱਗੇ ਨਹੀਂ ਸੀ ਇਸ ਤਰ੍ਹਾਂ। ਅੱਜ ਬਰਾਡ ਲਾਈਏ ਤੇ ਪਹਿਲੀ ਦਫਾ ਇਸ ਤਰ੍ਹਾਂ ਹੋ ਰਿਹਾ। ट्रू मुस्लिम साहब जागो जागो जागो, सोना नहीं है, सोना नहीं है, जाग के पहरा दियो, मगर लग के इन्हां दियां बराडां ते चढ़ के वाला मंगो, सबूत मंगो इन्हां कोलों।
कि वो सदात में से होगा, इतरत में से होगा। ऐसी जमात अहमदिया में वो एक बेनामो बेकस को जानता ही नहीं, उसको भी, उसके ख़ानदान को भी, बेचारा गरीब मस्कीन की जंगल अल्लाह ने उस पर फजल कर दिया और उसको दे दिया। अब जब वो निशानियाँ वो दे रहा है, और निशानियाँ ऐसी हैं जो इंसान अक्ल के ज़रिए बता नहीं सकता, अल्लाह ताला के इल्हाम के साथ उसका मिलता है, तब मैं कहता हूँ ये जो सबूत है, ये दलील दे रहा हूँ, ये कतई इल्हामी इल्मी, ये इसका इल्म के साथ तल्लुक़ है। ये कहानी नहीं है कि जब मैं को अनवार खिलाफत बता रहा हूँ, वो तो बातें हैं ना, कोई भी आगे भी हो सकती है, पीछे भी हो सकती है, कमी भी हो सकती है, बेशी, ये तो खुदा का इल्म है। तो ये दलील आप आगे सामने आपके पड़ी हुई है, वो बंदा वादे के मुताबिक तुम्हारे सामने खड़ा है, और तुम्हारी किताब में तज़किर तुम्हारे पास मौजूद हैं। तुम कहते हो इल्हाम बताओ भाई, वही कहाँ है आपकी? अगर मैं किताब की वही आपको बता दूं कि क्या हम मानोगे? तुम हरत मिर्ज़ा साहब के तज़किर की वही है, क्या लोगों को मान ली थी उस टाइम? लोगों ने किस चीज़ को माना था? लोगों ने उस हकीकत को माना था कि जब उन्होंने साबित किया कुरान से कि हज़रत मसीह नासरी अलैहिस्सलाम जो तुम्हारा अकीदा ही गलत है, आसम की जो पेश हुई मसीह मौद है, उसको तुम्हारा अकीदा जो गलत है, उसका दावा नहीं किसी ने किया था, ऐसे ही बन गया, वो बनता बनता सदियों पुख्ता हो गया। हजूर अलैहिस्सलाम ने बताया उनको कि देखो जी ये अकीदा ही तुम्हारा गलत है। आज रूए कुरान जिन लोगों ने हजूर को माना, उन्होंने इल्हाम नहीं देखे थे। इल्हाम को तो अपने लोग जो मसलन कोई भी बंदा है अल्लाह का, नेक बंदा भी है, जो नेक बंदों के इल्हाम होते हैं वैसे, तो उनके जो हुस्न ज़ान रखने वाले साथी दोस्तों तो मान लेंगे कि यार ठीक है, ख्वाब ही सच्ची है, इल्हाम भी सच्चा है, लेकिन मुखालफ तो नहीं मानते। उनके लिए तो ये हुज्जत ही नहीं है। वो कहते हैं ये तेरी बंदे, कुरान के बारे में कुफार ने कहा ये तेरे ख्वाब परेशान ख्वाबें हैं, कुरान से बड़ी भी वही को हो सकती है। आज मैं इनको वही आगे रख दूँ, इल्हाम रख दूँ, क्या मानेंगे इसको? जब आसम को ऊपर जब अजीम कलाम नाज़िल हुआ, उस अजीम कलाम को भी कुफार ने, मुश्किन ने परेशान ख्वाबें कह दिया। कभी ये कह दिया किसी बंदे से लिखवाता है, हमें पढ़ के सुना देता है, फजूलियात। आज जिन लोगों के सामने मैं ये दलील की बात कर रहा हूँ, वो इल्हाम ढूंढते फिर रहे हैं। ये इल्हाम ढूंढने वाले ये इनके अंदर ही मुसफ़ा नहीं है, साफ दिल लोग नहीं है, ये तकवा वाले लोग नहीं हैं। जो मुत्की लोग होते हैं वो इन चीज़ों को नहीं ढूंढते, वो कहते हैं दलील क्या है इसके पास, और उनको समझ आ जाती है खुदा उनके पास तकवा होता है, तकवा का इल्म के साथ तल्लुक़ है, और वो अल्हम्दुलिल्लाह उनको ये नेमत मिल भी जाती है। वो जो आता है मिसाकों ने मिलकर उसका इनकार नहीं फिर करते, उसके मामलों में शामिल हो जाते हैं, उसके मामलों साथी बन जाते हैं। तो मैं जो दलील जिसको मैं कतई इल्मी और इल्हामी कहता हूँ, आपके लोगों के सामने वो दलील पड़ी हुई है और आप इल्हाम और वही की बातें कर रहे हैं। तो अल्लाह ताला आपको समझ दे और हकीकत को पर आप गौर व फिक्र करें और उसको तस्लीम कर लें और ज़ाया ना हो। तो मैं इस बात पे ये मुख्तसर मैंने बताया है, जो शुएब अरशद साहब जो हमारे साथी हैं, उन्होंने कहा था कि नेकी खुदा है पर थोड़ा सा बताना। ये तो एक ऐसा दरिया है, एक समंदर है। तो ये वो बातें हैं जो मेरे जहन में हैं, मैंने तैयारी नहीं की, और उसको मैं और तैयारी जो मेरी पेश की मुस्लिम मौद का जो तज्ज़िया है, वो कैसे उसके हज़रत मिर्ज़ा साहब अलैहिस्सलाम की उसकी औलाद नहीं उसके दायरे में आती। मैं ज़्यादातर सवाल इधर ही होते हैं, मैं लिखता रहता हूँ, राइटिंग पे ज़्यादा वजह है मेरी। तो इधर ये तो पहले की ये बातें हैं मेरे दिल में पुख्ता अल्लाह ने की हुई, उसकी बेस पे मैंने थोड़ा सा लिखा, नोट्स मैंने कह दिया है। लेकिन बाहर मैंने तैयारी की, कोई ऐसा वक्त भी आएगा इंशाल्लाह मैं तैयारी करके आप लोगों को इन बातों को बताऊँगा। बाहर ये मुख्तसर सी बातें हैं। बाहर शुएब अरशद का जो सवाल था उसकी मैं अतात में या उसकी ओबे करते हुए मैंने आज इसके मुतालिक थोड़ी सी बातें बताई हैं। लेकिन मैं वो जो नेकी खुदा है का पार्ट 1 था, दी एसेंस ऑफ वर्चू, मैंने वो छोड़ दिया, मैं वो पूरा नहीं कर सका क्योंकि इतना वक्त नहीं है। बहरहाल अब आप भी थोड़ा सा कुछ थक गए हैं, मैं भी थोड़ा सा चाहता हूँ कि थोड़ा कर लें, पॉज़ कर लें, तो इंशाल्लाह उसके बाद फिर अगला सेशन शुरू करेंगे। अल्लाह ताला आपको भी इल्म भी बख्शे और आपको अपनी रहमतों से भी नवाजे और आपको अपने ईमान और इस यकीन में दुबाला कर दे, और जो महरूम है इस ईमान और यकीन से अल्लाह उनको भी दे, क्योंकि अल्लाह ताला बड़ा गफूर रहीम है। कितना बड़ा बंदा हो, नलायक हो, जो भी है उस पर भी वो फजल कर देता है। बल्कि मुझे तो फिर वो आ जाता है, लेकिन बहरहाल अल्लाह ताला अल्लाह गफूर रहीम। जब ये मेरे साथ सब कुछ हुआ
تو اس وقت مطلب پتہ چلا واللہ غفور کہ میں نے کیا ہے. کچھ لوگ یہ بھی کہتے ہیں کہ غفار نے تفسیر نہیں لکھی. تفسیر بتا. میں آپ لوگوں کو بتاتا ہوں کہ تم تصویریں لکھتے پھرو, تفسیر کبیر بھی پڑھو. یہ جو باتیں میں بتا رہا ہوں یہ ایسی علم و حکمت کے خزانے ہیں جو خدا تعالیٰ نے مجھے بخشے ہیں اور میں مجھے دے رہا ہوں. میرے جتنے مضامین میں وہاں پہ آیات کی میں تفسیر بھی کرتا ہوں, لکھتا بھی ہوں. اللہ نے فہم دیا ہے. میرے پاس ایک تفسیر نہیں, کافی تفسیریں ہیں, اپنی بھی غیروں کی بھی. اللہ نے مجھے قرآن کا عربی زبان کا بھی کوئی فہم دیا ہوا ہے, اس کے روشنی میں یہ سارے کام کرتا ہوں. یہ تفسیری ہے. حضرت مرزا صاحب کا بھی زندگی میں یہی کام تھا, انہوں نے کوئی تفسیر نہیں جامع لکھی تھی کہ اپنی کتابوں میں قرآن پاک کی آیات ہیں, ان کی تشریح کی اپنے فہم کے مطابق جو اللہ نے ان کو دیا. میں بھی ایسے ہی کرتا ہوں, کیونکہ ایسے لوگ جو ہوتے ہیں ان کا جو مشن اتنا بڑا ہوتا ہے ان کے پاس موقع نہیں ہوتا کہ بیٹھ کے تفسیر لکھنی شروع کر دیں. بہرحال اللہ تعالیٰ جو تفسیر میں لکھا گیا وہ ٹھیک ہے, خلیفہ ثانی نے لکھی ہے, اس میں معرف ہیں, بتایا گیا ہے, لیکن اصل حقیقت یہ ہے. اللہ نے پھر مجھے بتایا کہ واللہ غفور الرحیم. اے عبدالغفار تو کیوں مجھ سے یار, میں تو کہتا ہوں میں غفور الرحیم ہوں. پتہ چلا ہے کہ میری غفوریت کیا ہے, میں کیسے رحیم ہوں. کتنا بھی کوئی بندہ گناہ گار ہے, ناقص ہے, کمزور ہے, میں اگر چاہوں تو میں اس کے رحمت کی چادر لپیٹ دیتا ہوں, میں اس پر غفوریت کی چادر ڈال دیتا ہوں. تبھی واللہ غفور الرحیم میں نے کہا ہے کہ اللہ غفور الرحیم ہے. تو بہرحال اللہ تعالیٰ ہمیں اعوذ باللہ من الشیطان الرجیم بسم اللہ الرحمن الرحیم. سامعین کرام, اس جلسہ سے پہلے میرے ایک ساتھی مکرم جناب شعیب ارشد صاحب کا مجھے ایک سوال موصول ہوا تھا کہ آپ کے دعوے کے ثبوت کے طور پر آپ اپنا ایک نظریہ نیکی خدا ہے احباب جماعت کے آگے پیش کرتے ہیں. میرا سوال آپ سے یہ ہے کہ اگر ہو سکے تو آپ اپنے اس نظریے کے متعلق اپنے الفاظ میں روشنی ڈال کر ہمیں سمجھا دیں. تو میں انشاءاللہ تعالیٰ آج جو اپنا تھوڑا سا آپ سے کلام کروں گا اس کا موضوع ہی اس نیکی خدا ہے کا نظریہ ہے, اور اس میں جناب مکرم و محترم شعیب ارشد صاحب کے سوال کا جواب بھی انشاءاللہ تعالیٰ آ جائے گا اور اس پہ روشنی میں ڈال دوں گا. یہ جو نیکی خدا ہے نظریہ, اس میں اللہ تعالیٰ کا عرفان اور اس کی معرفت کا بیان ہوا ہے. اور یہ جو الفاظ ہیں نیکی خدا ہے یہ میری نہیں ہیں, یہ الہامی الفاظ ہیں, اور اللہ تعالیٰ کی طرف سے سب سے پہلا الہام مجھ پر یہی نیکی خدا ہے, ورچوئس گاڈ یعنی انگلش ورچوئس گاڈ ہوا تھا. تو یہ جو الہامی پیش گوئی ہے 20 فروری 1886 کی الہامی پیش گوئی, جو کہ حضرت سیدنا حضرت مہدی پر مسیح موعود علیہ السلام کو اوائل اپنے دعوی کے, جب آپ کا دعویٰ محض مجدد ہونے کا تھا, اللہ تعالیٰ کی طرف سے یہ عنایت ہوئی تھی. اس کو ہم 20 فروری 1886 کی الہامی پیش گوئی کے نام سے جانتے ہیں. 20 فروری 1886 کے دن حضور علیہ السلام نے وہ جو چلہ ہوشیارپور میں خدا سے کوئی نشان پانے کا کیا تھا, اس چلہ کے آخر پہ 20 فروری 1886 کو حضور علیہ السلام نے ایک نوٹ لکھا جو اللہ تعالیٰ سے خبریں موصول ہوئیں. 1 مارچ 1886 پھر ریاض ہند ایک اخبار جاری ہوتا تھا اس زمانے میں, اس میں بطور ضمیمہ یہ نوٹ پھر شائع ہوا. تو یہ بھی یاد رکھیں, کچھ لوگوں کو غلط فہمی ہے کہ سبز اشتہار جو ہے وہ پیشگوئی مسلم موعود ہے. سبز اشتہار پیشگوئی مسلم موعود قطعاً نہیں ہے.